ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਅੱਜ ਦੀ ਇਸ ਜ਼ੂਮ ਐਪ ਦੀ ਕਲਾਸ ਵਿੱਚ ਜੁੜ ਬੈਠੇ ਹੋ। ਗੁਰੂ ਸਾਹਿਬ ਦੀਆਂ ਰਹਿਮਤਾਂ ਗੁਰੂ ਸਾਹਿਬ ਜੀ ਦੀਆਂ ਰਹਿਮਤਾਂ ਦੇ ਨਾਲ ਜੋ ਅਸੀਂ ਲਗਾਤਾਰ ਭਾਈ ਗੁਰਦਾਸ ਜੀ ਦੀ ਉਚਾਰੀ ਹੋਈ 10ਵੀਂ ਵਾਰ ਦੀ ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ ਉਹਨਾਂ ਨੇ ਭਗਤ ਸਹਿਬਾਨਾਂ ਦਾ ਜ਼ਿਕਰ ਕੀਤਾ। ਕੁਝ ਉਹ ਭਗਤ ਸਹਿਬਾਨ ਜਿਨ੍ਹਾਂ ਨੇ ਪ੍ਰਮਾਤਮਾ ਦੀ ਭਗਤੀ ਕੀਤੀ, ਉਸ ਪ੍ਰਮਾਤਮਾ ਨੂੰ, ਉਸ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਹਾਸਲ ਕਰ ਲਿਆ। ਉਹਨਾਂ ਭਗਤਾਂ ਦਾ ਜ਼ਿਕਰ ਭਾਈ ਸਾਹਿਬ ਜੀ ਨੇ ਕੀਤਾ ਹੈ। ਕੱਲ ਆਪਾਂ ਭਗਤ ਬੇਰੀ ਜੀ ਦੇ ਪਰਥਾਏ ਜੋ ਹੈ ਉਹ ਵਿਚਾਰ ਕੀਤੀ ਸੀ। ਉਸ ਤੋਂ ਅਗਲੀ ਇਹ ਜਿਹੜੀ ਪੌੜੀ ਹੈ, ਇਸ ਪੌੜੀ ਦੇ, ਕਿਉਂਕਿ ਇਹ 15ਵੀਂ ਪੌੜੀ ਹੈ ਇਸ 10ਵੀਂ ਵਾਰ ਦੀ, ਇਹਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਭਗਤ ਕਬੀਰ ਸਾਹਿਬ ਅਤੇ ਭਗਤ ਰਾਮਾਨੰਦ ਜੀ ਦਾ ਜੋ ਹੈ ਉਹ ਜ਼ਿਕਰ ਕੀਤਾ ਹੈ। ਕਿਉਂਕਿ ਮੰਨਿਆ ਜਾਂਦਾ ਹੈ ਕਿ ਰਾਮਾਨੰਦ ਜੀ ਜਿਹੜੇ ਸਨ ਇਹ ਭਗਤ ਕਬੀਰ ਸਾਹਿਬ ਜੀ ਦੇ ਗੁਰੂ ਸਨ, ਇਹ ਭਗਤ ਰਾਮਾਨੰਦ ਜੀ। ਤੇ ਦੂਸਰਾ ਮੈਂ ਤੁਹਾਨੂੰ ਸ਼ੁਰੂਆਤ ਵਿੱਚ ਪਹਿਲਾਂ ਇਹ ਵੀ ਜ਼ਰੂਰ ਦੱਸਣਾ ਚਾਹਾਂਗਾ ਕਿ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਦੂਸਰੇ ਪਾਸੇ ਭਗਤ ਰਾਮਾਨੰਦ ਜੀ ਦਾ ਇੱਕ ਸ਼ਬਦ ਬਸੰਤ ਰਾਗ ਦੇ ਅੰਦਰ ਦਰਜ ਹੈ, ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ। ਦੋਨਾਂ ਭਗਤ ਸਹਿਬਾਨਾਂ ਦੀ ਜਿਹੜੀ ਬਾਣੀ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਸਥਾਨ ਦਿੱਤਾ ਗਿਆ ਹੈ। ਹੁਣ ਭਗਤ ਕਬੀਰ ਸਾਹਿਬ ਤੇ ਭਗਤ ਰਾਮਾਨੰਦ ਜੀ ਦੇ ਇੱਥੇ ਮਿਲਾਪ ਦਾ ਜ਼ਿਕਰ ਹੈ ਅੱਜ ਦੀ ਇਸ ਪੌੜੀ ਦੇ ਅੰਦਰ। ਪਹਿਲਾਂ ਮੈਂ ਦੋਨਾਂ ਭਗਤ ਸਹਿਬਾਨਾਂ ਦਾ ਕੁਝ ਜੀਵਨ ਜੋ ਹੈ ਉਹ ਆਪ ਜੀ ਨਾਲ ਸਾਂਝਾ ਕਰਦਾ ਜਾਵਾਂ। ਭਗਤ ਕਬੀਰ ਸਾਹਿਬ ਜੀ ਦਾ ਜਿਹੜਾ ਜਨਮ ਹੈ ਉਹ 1440 ਈਸਵੀ ਵਿੱਚ ਹੋਇਆ। ਮੰਨਿਆ ਜਾਂਦਾ ਹੈ ਲਾਹੌਰ, ਕੁਝ ਇਤਿਹਾਸਕਾਰਾਂ ਨੇ ਭਗਤ ਸਾਹਿਬ ਜੀ ਦਾ ਜਨਮ ਜਿਹੜਾ ਉਹ ਕਾਸ਼ੀ ਵੀ ਲਿਖਿਆ ਹੈ। ਇਹਨਾਂ ਨੇ ਆਪਣਾ ਅਖੀਰਲਾ ਸਮਾਂ ਜਿਹੜਾ ਹੈ ਇਹ ਚੜ੍ਹਾਈ ਕੀਤੇ ਨੇ 1518 ਈਸਵੀ ਵਿੱਚ ਭਗਤ ਕਬੀਰ ਸਾਹਿਬ ਜੀ। ਇਹਨਾਂ ਦੇ ਪਿਤਾ ਦਾ ਨਾਮ ਨੀਰੂ ਜੀ ਸੀ, ਮਾਤਾ ਦਾ ਨਾਮ ਨੀਮਾ ਜੀ ਸੀ ਅਤੇ ਇਹਨਾਂ ਦੀ ਪਤਨੀ ਦਾ ਨਾਮ ਸੀ ਲੋਈ। ਅਸੀਂ ਮਾਤਾ ਲੋਈ ਜੀ ਕਰਕੇ ਵੀ ਉਹਨਾਂ ਨੂੰ ਯਾਦ ਕਰਦੇ ਹਾਂ। ਇਹਨਾਂ ਨੇ ਆਪਣਾ ਜੀਵਨ ਦਾ ਅਖੀਰਲਾ ਜਿਹੜਾ ਸਮਾਂ, ਕਿਉਂਕਿ ਬਹੁਤ ਜਨਮ ਤਪ ਕੀਆ ਕਾਸ਼ੀ, ਬੜਾ ਸਮਾਂ ਆਪਣੇ ਜੀਵਨ ਦਾ ਇਹਨਾਂ ਨੇ ਕਾਸ਼ੀ ਦੇ ਅੰਦਰ ਗੁਜ਼ਾਰਿਆ। ਅਖੀਰਲਾ ਜਿਹੜਾ ਸਮਾਂ ਹੈ ਨਾ ਆਪਣੇ ਜੀਵਨ ਦਾ ਉਹ ਭਗਤ ਕਬੀਰ ਸਾਹਿਬ ਜੀ ਨੇ ਮਗਹਰ ਦੀ ਧਰਤੀ ਤੇ ਬਤੀਤ ਕੀਤਾ। ਕਿਉਂਕਿ ਇਹ ਕਹਾਵਤ ਜਿਹੜੀ ਹੈ ਉਹ ਹਿੰਦੂ ਮਤ ਦੇ ਅਨੁਸਾਰ, ਜਾਂ ਬ੍ਰਾਹਮਣ ਨੇ ਇੱਕ ਕਹਾਵਤ, ਇਹ ਗੱਲ ਫੈਲਾਈ ਹੋਈ ਸੀ ਕਿ ਜਿਹੜਾ ਕਾਸ਼ੀ ਦੇ ਅੰਦਰ ਮਰੇਗਾ ਉਹ ਸਿੱਧਾ ਸਵਰਗ ਲੋਕ ਵੱਲ ਜਾਏਗਾ, ਤੇ ਜਿਹੜਾ ਮਗਹਰ ਦੇ ਅੰਦਰ ਮਰੇਗਾ ਨਾ, ਮਗਹਰ ਵਿੱਚ, ਉਹ ਗਧੇ ਦੀ ਜੂਨ ਦੇ ਵਿੱਚ ਪਏਗਾ। ਤੇ ਭਗਤ ਕਬੀਰ ਸਾਹਿਬ ਨੇ ਆਪਣਾ ਅਖੀਰਲਾ ਜੀਵਨ ਕਿਉਂਕਿ ਇਸੇ ਭਰਮ ਨੂੰ ਤੋੜਨ ਦੇ ਵਾਸਤੇ ਨਾ ਉਹਨਾਂ ਨੇ ਆਪਣਾ ਅਖੀਰਲਾ ਜਿਹੜਾ ਜੀਵਨ ਹੈ, ਅਖੀਰਲਾ ਸਮਾਂ ਹੈ, ਉਹ ਮਗਹਰ ਦੀ ਧਰਤੀ ਤੇ ਗੁਜ਼ਾਰਿਆ। ਜਾਂ ਮੈਂ ਕਹਾਂ ਕਿ ਉਹਨਾਂ ਨੂੰ ਜੋ ਮੌਤ ਹੈ ਉਹ ਮਗਹਰ ਦੀ ਧਰਤੀ ਤੇ ਹੀ ਜਾ ਕੇ ਆਈ। ਉਹਦਾ ਇੱਕ ਕਾਰਨ ਸੀ, ਕਿਉਂਕਿ ਉਹਨਾਂ ਨੇ ਆਪ, ਭਗਤ ਕਬੀਰ ਸਾਹਿਬ ਜੀ ਨੇ ਇਸ ਗੱਲ ਦਾ ਜਿਹੜਾ ਉਹ ਜ਼ਿਕਰ ਕੀਤਾ ਹੈ ਆਪ। ਉਹਨਾਂ ਨੇ ਆਖਿਆ ਹੈ ਕਿ ਕਹੋ ਗੁਰ ਗੱਜ ਸਿਵ ਸਭ ਕੋ ਜਾਣੈ ਮੂਆ, ਕਬੀਰ ਰਮਤ ਸ਼੍ਰੀ ਰਾਮੈ। ਕਹਿੰਦੇ ਵੀ ਸਾਰੇ ਇਸ ਗੱਲ ਨੂੰ ਜਾਣਦੇ ਨੇ ਕਿ ਭਗਤ ਕਬੀਰ ਸਾਹਿਬ ਜਿਹੜਾ ਹੈ ਨਾ, ਉਦੋਂ ਜੀਵਨ ਦਾ ਅੰਤਲਾ ਸਮਾਂ, ਮੌਤ ਜਦੋਂ ਆਈ ਹੈ ਨਾ, ਤੇ ਕਹਿੰਦੇ ਉਹ ਸ਼੍ਰੀ ਰਾਮ ਨੂੰ, ਪ੍ਰਮਾਤਮਾ ਨੂੰ ਯਾਦ ਕਰਦਿਆਂ ਹੀ ਗਿਆ। ਇਹਦੇ ਵਿੱਚ ਕੋਈ ਫਰਕ ਨਹੀਂ ਕਿ ਮੌਤ ਕਿੱਥੇ ਆ ਰਹੀ ਹੈ, ਇਹਦੇ ਵਿੱਚ ਕੋਈ ਇਸ ਗੱਲ ਦਾ ਅੰਤਰ ਨਹੀਂ ਕਿ ਮੌਤ ਮਗਹਰ ਆ ਰਹੀ ਹੈ ਜਾਂ ਮੌਤ ਕਾਸ਼ੀ ਆ ਰਹੀ ਹੈ।
ਕਿ ਜੇ ਜੀਵਨ ਦਾ ਅੰਤਲਾ ਸਮਾਂ ਉਸ ਜਗ੍ਹਾ ਤੇ ਵੀ ਆਇਆ ਜਿੱਥੇ ਮੰਨਿਆ ਗਿਆ ਕਿ ਮਰਨ ਵਾਲਾ ਗਧੇ ਦੀ ਜੂਨ ਵਿੱਚ ਪੈਂਦਾ ਹੈ, ਤੇ ਭਗਤ ਕਬੀਰ ਸਾਹਿਬ ਨੇ ਆਖਿਆ ਭਾਈ ਫਿਰ ਕਿਉਂਕਿ ਮੈਂ ਉਸ ਪ੍ਰਮਾਤਮਾ ਦੀ ਬੰਦਗੀ ਕੀਤੀ, ਉਸਦੀ ਭਗਤੀ ਕੀਤੀ ਹੈ, ਤੇ ਭਾਵੇਂ ਮੈਂ ਮਗਹਰ ਵਿੱਚ ਹੀ ਆਪਣੇ ਜੀਵਨ ਦਾ ਅੰਤਲਾ ਸਮਾਂ ਜਿਹੜਾ ਉਹ ਬਤੀਤ ਕਰਾਂ, ਉਹਨੂੰ ਗੁਜ਼ਾਰਾਂ, ਇਸ ਗੱਲ ਨਾਲ ਕਹਿੰਦੇ ਕੋਈ ਫਰਕ ਜਿਹੜਾ ਹੈ ਉਹ ਨਹੀਂ ਪੈਂਦਾ ਤੇ ਪੈਣਾ ਵੀ ਨਹੀਂ ਚਾਹੀਦਾ। ਭਗਤ ਕਬੀਰ ਸਾਹਿਬ ਤੋਂ ਬਾਅਦ ਮੈਂ ਜ਼ਿਕਰ ਕਰਾਂਗਾ ਭਗਤ ਰਾਮਾਨੰਦ ਜੀ ਦਾ। ਇਹਨਾਂ ਦਾ ਵੀ ਇੱਕ ਸ਼ਬਦ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਮੈਂ ਉਹ ਮਾੜਾ ਜੇ ਆਪ ਜੀ ਨਾਲ ਸਾਂਝਾ ਕਰਦਾ ਜਾਵਾਂ। ਬਸੰਤ ਰਾਗ ਦੇ ਅੰਦਰ ਇਹਨਾਂ ਦਾ ਸ਼ਬਦ ਹੈ, ਸਤਿਗੁਰ ਮੈਂ ਬਲਿਹਾਰੀ ਤੋਰ। ਭਗਤ ਰਾਮਾਨੰਦ ਜੀ, ਸਤਿਗੁਰ ਮੈਂ ਬਲਿਹਾਰੀ ਤੋਰ, ਮੈਂ ਤੇਰੇ ਤੋਂ, ਤੋਰ ਦਾ ਭਾਵ ਤੇਰੇ ਤੋਂ, ਤੋਰ ਦਾ ਭਾਵ ਇੱਥੇ ਤੁਰਨਾ ਨਹੀਂ ਹੈ, ਕਿ ਸੱਚੇ ਪਾਤਸ਼ਾਹ ਮੈਂ ਤੇਰੇ ਤੋਂ ਬਲਿਹਾਰ ਹਾਂ, ਮੈਂ ਤੇਰੇ ਤੋਂ ਸਦਕੇ ਹਾਂ, ਮੈਂ ਤੇਰੇ ਤੋਂ ਕੁਰਬਾਨ ਜਾਨਾ। ਜਿਨ ਸਕਲ ਬਿਕਲ ਭ੍ਰਮ ਕੱਟ ਹੈ ਮੋਰ, ਉਹ ਪ੍ਰਮਾਤਮਾ ਜਿਹਨੇ ਮੇਰੇ ਸਾਰੇ ਭਰਮ ਜਿਹੜੇ ਨੇ ਉਹ ਕੱਟ ਦਿੱਤੇ, ਸਾਰੇ ਭਰਮਾਂ ਦਾ ਜਿਹੜਾ ਉਹ ਨਾਸ਼ ਕਰ ਦਿੱਤਾ। ਇਹ ਸ਼ਬਦ ਇਹਦੀ ਥੋੜੀ ਜਿਹੀ ਵਿਚਾਰ ਵੀ ਆਪਾਂ ਕਰਾਂਗੇ ਬਾਅਦ ਵਿੱਚ। ਹੁਣ ਜਦੋਂ ਭਗਤ ਕਬੀਰ ਸਾਹਿਬ, ਵਾਹਿਗੁਰੂ, ਭਗਤ ਰਾਮਾਨੰਦ ਜੀ ਦਾ ਥੋੜਾ ਜਿਹਾ ਜੀਵਨ ਮੈਂ ਆਪ ਨਾਲ ਸਾਂਝਾ ਇਹ ਵੀ ਕਰਾਂ, ਕਿਉਂਕਿ ਭਗਤ ਰਾਮਾਨੰਦ ਜੀ ਦਾ ਜਨਮ ਪ੍ਰਯਾਗਰਾਜ ਵਿੱਚ ਮੰਨਿਆ ਗਿਆ ਕਿ ਪ੍ਰਯਾਗਰਾਜ ਦੀ ਧਰਤੀ ਤੇ ਭਗਤ ਰਾਮਾਨੰਦ ਜੀ ਦਾ ਜਨਮ ਹੋਇਆ 1366 ਈਸਵੀ ਦੇ ਅੰਦਰ। 1366 ਈਸਵੀ ਵਿੱਚ ਇਹਨਾਂ ਦਾ ਜਨਮ ਹੋਇਆ ਹੈ। ਪਿਤਾ ਦਾ ਨਾਮ ਸੀ ਕਰਮਾ, ਜੋ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ। ਉਪਰੰਤ ਇਹਨਾਂ ਦੀ ਮਾਤਾ ਦਾ ਨਾਮ ਸੀ ਸੁਸ਼ੀਲਾ, ਤੇ ਇਹਨਾਂ ਨੇ ਆਪਣੇ ਜੀਵਨ ਦਾ ਜਿਹੜਾ ਅੰਤਲਾ ਸਮਾਂ ਉਹ 1467 ਈਸਵੀ ਦੇ ਵਿੱਚ ਇਹਨਾਂ ਨੂੰ ਮੌਤ ਆਈ, ਜਾਂ ਕਿ ਇਹਨਾਂ ਨੇ ਆਪਣਾ ਸਰੀਰ ਤਿਆਗ ਦਿੱਤਾ 1467 ਈਸਵੀ ਦੇ ਅੰਦਰ। ਭਗਤ ਰਾਮਾਨੰਦ ਜੀ, ਭਗਤ ਰਾਮਾਨੰਦ ਜੀ ਦਾ ਜਨਮ ਜਿਹੜਾ ਹੈ ਉਹ ਭਗਤ ਕਬੀਰ ਸਾਹਿਬ ਤੋਂ ਕੁਝ ਸਮਾਂ ਪਹਿਲਾਂ ਹੋਇਆ ਹੈ, ਕਿ ਅਸੀਂ ਦੇਖ ਹੀ ਲਿਆ ਹੈ। ਉਮਰ ਦੇ ਵਿੱਚ ਭਗਤ ਰਾਮਾਨੰਦ ਜੀ ਵੱਡੇ ਸਨ, ਪ੍ਰਮਾਤਮਾ ਦੀ ਬੰਦਗੀ ਕਰਦੇ ਨੇ, ਪ੍ਰਮਾਤਮਾ ਦੀ ਭਗਤੀ ਕਰਦੇ ਨੇ ਭਗਤ ਰਾਮਾਨੰਦ ਜੀ। ਕਬੀਰ ਸਾਹਿਬ ਦੇ ਇਤਿਹਾਸ ਨੇ ਆਖਿਆ, ਕਬੀਰ ਸਾਹਿਬ ਦੇ ਮਨ ਦੇ ਅੰਦਰ ਵੀ ਇਹ ਵਿਚਾਰ ਸੀ ਕਿ ਮੈਂ ਕਿਸੇ ਨੂੰ ਗੁਰੂ ਧਾਰਨ ਕਰਾਂ, ਕਿ ਮੇਰਾ ਵੀ ਕੋਈ ਮੁਰਸ਼ਿਦ ਹੋਵੇ, ਮੇਰਾ ਵੀ ਕੋਈ ਗੁਰੂ ਹੋਵੇ, ਪਰ ਉਹ ਇਹੋ ਜਿਹਾ ਹੋਵੇ ਜਿਹੜਾ ਜੇ ਆਪ ਕਾਮਲ ਏ, ਗੁਰੂ ਆਪ ਪੂਰਾ ਏ, ਤੇ ਉਹਦੇ ਕੋਲ ਜਾਣ ਵਾਲਾ ਵੀ ਤਾਂ ਹੀ ਪੂਰਾ ਹੋਏਗਾ ਨਾ। ਜੇ ਗੁਰੂ ਆਪ ਹੀ ਪੂਰਾ ਨਹੀਂ ਤੇ ਉਹਦੇ ਕੋਲ ਜਾਣ ਵਾਲਾ ਪੂਰਾ ਕਿਵੇਂ ਹੋ ਜਾਏਗਾ? ਜੇ ਜਿਹੜਾ ਆਪ ਅਧੂਰਾ ਹੈ ਉਹਦੇ ਕੋਲ ਅਸੀਂ ਪੂਰੇ ਹੋਣ ਦੀ ਆਸ ਜਿਹੜੀ ਉਹ ਕਿਸ ਤਰ੍ਹਾਂ ਕਰ ਸਕਦੇ ਹਾਂ? ਜ਼ਿਕਰ ਤਾਂ ਹੀ ਇਹ ਆਇਆ ਏ, ਕਹਿੰਦੇ ਹੋਏ ਬਿਰਕਤ ਬਨਾਰਸੀ। ਹੁਣ ਇਹ ਅੱਜ ਦਾ ਜਿਹੜਾ, ਅੱਜ ਦੀ ਜਿਹੜੀ ਪੌੜੀ ਹੈ ਨਾ, ਇਹਦੀ ਮੈਂ ਬੇਨਤੀ ਤਾਂ ਕਰ ਰਿਹਾ, ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਕਿ ਬਨਾਰਸ ਦੇ ਅੰਦਰ ਇਹ ਰਾਮਾਨੰਦ ਜਿਹੜਾ ਹੈ ਨਾ, ਇਹ ਬਨਾਰਸ ਦੀ ਧਰਤੀ ਤੇ ਰਹਿੰਦਾ ਸੀ। ਹੋਏ ਬਿਰਕਤ ਸ਼ਬਦ ਇੱਥੇ ਇਹਨਾਂ ਦੇ ਵਾਸਤੇ ਵਰਤਿਆ ਗਿਆ ਹੈ। ਹੋਏ ਬਿਰਕਤ ਬਨਾਰਸੀ, ਕਹਿੰਦੇ ਉਹ ਜਿਹੜਾ ਬਨਾਰਸ ਦੇ ਵਿੱਚ ਰਹਿਣ ਵਾਲਾ ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਹੋਏ ਬਿਰਕਤ ਬਨਾਰਸੀ। ਹੁਣ ਨਾਲ ਨਾਲ ਆਪਾਂ ਜਿਹੜੇ ਅਰਥ ਨੇ ਉਹ ਕਰਦੇ ਜਾਵਾਂਗੇ। ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਕਹਿੰਦੇ ਰਾਮਾਨੰਦ ਗੁਸਾਈ ਜਿਹੜਾ ਉਹ ਬਿਰਕਤ ਹੋ ਕੇ ਤੇ ਕਾਸ਼ੀ ਦੀ ਧਰਤੀ ਤੇ ਰਹਿੰਦਾ ਹੈ। ਕਾਸ਼ੀ ਵਿੱਚ ਉਹਨੇ ਆਪਣਾ ਟਿਕਾਣਾ ਕੀਤਾ ਹੋਇਆ ਹੈ। ਇੱਥੇ ਰਹਿ ਕੇ ਉਹ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰਮਾਤਮਾ ਦੇ ਨਾਮ ਨੂੰ ਸਿਮਰਦਾ ਹੈ। ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ। ਇਹ ਹੁਣ ਜਿਹੜਾ ਭਗਤ ਰਾਮਾਨੰਦ ਜੀ ਨੇ, ਇਹ ਅੰਮ੍ਰਿਤ ਵੇਲੇ ਉੱਠ ਕੇ ਤੇ ਗੰਗਾ ਇਸ਼ਨਾਨ ਕਰਨ ਲਈ ਜਾਂਦੇ ਨੇ, ਅੰਮ੍ਰਿਤ ਵੇਲੇ ਉੱਠ ਕੇ। ਕਿਉਂਕਿ ਭਗਤ ਕਬੀਰ ਸਾਹਿਬ ਦੇ ਮਨ ਦੇ ਅੰਦਰ ਇਹ ਆ ਕਿ ਮੈਂ ਵੀ ਕਿਸੇ ਨੂੰ ਆਪਣਾ ਜਿਹੜਾ ਉਹ ਗੁਰੂ ਧਾਰਨ ਕਰਾਂ, ਮੇਰਾ ਵੀ ਕੋਈ ਗੁਰੂ ਹੋਵੇ, ਮੇਰਾ ਵੀ ਕੋਈ ਗੁਰੂ ਹੋਵੇ ਜਿਹਨੂੰ ਮੈਂ ਆਪਣਾ ਗੁਰੂ ਧਾਰਨ ਕਰ ਲਵਾਂ। ਤੇ ਬੜੀਆਂ ਵਿਚਾਰਾਂ ਜਿਹੜੀਆਂ ਨੇ ਨਾ ਉਹ ਮਨ ਦੇ ਅੰਦਰ ਇਹਨਾਂ ਦੇ ਆਈਆਂ, ਇੱਕ ਦੋ ਨਹੀਂ, ਬਹੁਤ ਵਿਚਾਰਾਂ ਮਨ ਦੇ ਅੰਦਰ ਆ ਗਈਆਂ ਕਿ ਮੈਂ ਗੁਰੂ ਕਿਹਨੂੰ ਧਾਰਨ ਕਰਾਂ, ਮੈਂ ਕਿਹਨੂੰ ਆਪਣੇ ਜੀਵਨ ਦੇ ਅੰਦਰ ਜਿਹੜਾ ਹੈ ਉਹ ਆਪਣਾ ਗੁਰੂ ਬਣਾਵਾਂ। ਕਿਸੇ ਨੇ ਆਖਿਆ ਕਿ ਇਸ ਵੇਲੇ ਭਗਤ ਰਾਮਾਨੰਦ ਜੀ ਨੇ ਇਸ ਧਰਤੀ ਦੇ ਉੱਪਰ ਜਿਹੜੇ ਪੂਰਨ ਭਗਤ ਨੇ ਉਸ ਪ੍ਰਮਾਤਮਾ ਦੇ, ਜਿਹੜੇ ਉਸ ਪ੍ਰਮਾਤਮਾ ਨੂੰ ਮਿਲੇ ਹੋਏ ਨੇ, ਜਿਨ੍ਹਾਂ ਜਿਹੜੇ ਤੈਨੂੰ ਵੀ ਮਿਲਾ ਸਕਦੇ ਨੇ। ਕਿਉਂਕਿ
ਜਿਹੜਾ ਮਿਲਿਆ ਹੋਇਆ ਹੈ ਨਾ, ਅਸਲ ਵਿੱਚ ਉਹੀ ਪ੍ਰਮਾਤਮਾ ਨੂੰ ਮਿਲਾ ਸਕਦਾ ਹੈ। ਜਿੰਨੇ ਅਸੀਂ ਕਿਸੇ ਨੂੰ ਕਈ ਵਾਰ ਜਾ ਕੇ ਪੁੱਛਦੇ ਹਾਂ, ਸਾਨੂੰ ਪਤਾ ਨਾ ਹੋਵੇ, ਅਸੀਂ ਕਿਸੇ ਨੂੰ ਰੋਕ ਕੇ ਪੁੱਛਦੇ ਹਾਂ ਜੀ ਅਸੀਂ ਇਸ ਪਿੰਡ ਵਿੱਚ, ਇਸ ਸ਼ਹਿਰ ਵਿੱਚ ਜਾਣਾ ਹੈ ਤੇ ਸਾਨੂੰ ਨਾ ਉਹਦਾ ਰਸਤਾ ਦੱਸੋ। ਹੁਣ ਜਿੰਨੇ ਰਸਤਾ ਦੇਖਿਆ ਹੈ ਜਾਂ ਜਿੰਨੇ ਉਸ ਨਗਰ ਨੂੰ, ਉਸ ਟਿਕਾਣੇ ਨੂੰ ਵੇਖਿਆ ਹੈ, ਉਹੀ ਦੱਸ ਸਕਦਾ ਹੈ ਕਿ ਭਾਈ ਇਸ ਪਾਸੇ ਨੂੰ ਚਲਾ ਜਾ, ਇੱਧਰ ਉਹ ਰਸਤਾ ਹੈ, ਇਸ ਪਾਸੇ ਨੂੰ ਚਲਾ ਜਾ ਤੂੰ। ਤੇ ਜਿਹਨੇ ਵੇਖਿਆ ਹੀ ਨਹੀਂ ਉਹ ਕਹੇਗਾ ਜੀ ਮੈਨੂੰ ਨਹੀਂ ਪਤਾ। ਤੇ ਜਾਂ ਕਈ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਬਈ ਇੱਧਰ ਨੂੰ ਚਲਾ ਜਾ, ਆਪੇ ਲੱਭਦਾ ਫਿਰੇਗਾ, ਕੋਈ ਗੱਲ ਨਹੀਂ, ਗਲਤ ਹੋਇਆ ਤਾਂ ਵੀ ਠੀਕ ਹੈ, ਸਹੀ ਹੋਇਆ ਤਾਂ ਵੀ ਠੀਕ ਹੈ, ਆਪੇ ਪਤਾ ਲੱਗਦਾ ਫਿਰੇਗਾ। ਹੁਣ ਭਗਤ ਰਾਮਾਨੰਦ ਜੀ ਪਰਮਾਤਮਾ ਦੇ ਭਗਤ ਨੇ, ਪਰਮਾਤਮਾ ਦੀ ਪ੍ਰਾਪਤੀ ਜਿਨ੍ਹਾਂ ਨੂੰ ਹੋ ਚੁੱਕੀ ਹੈ, ਕਿਉਂਕਿ ਤਾਂ ਹੀ ਕਹਿ ਰਹੇ ਨੇ ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭਰਮ ਕਾਟੇ ਮੋਰ। ਉਹ ਗੁਰੂ, ਇਹ ਗੁਰੂ ਮੈਂ ਤੇਰੇ ਤੋਂ ਬਲਿਹਾਰੀ ਹਾਂ, ਤੂੰ ਮੇਰੇ ਸਾਰੇ ਜਿਹੜੇ ਭਰਮ ਨੇ ਨਾ ਉਹ ਤੂੰ ਕੱਟ ਦਿੱਤੇ ਨੇ, ਖਤਮ ਕਰ ਦਿੱਤੇ ਨੇ ਸਾਰੇ ਭਰਮ ਮੇਰੇ, ਜਿਹੜੇ ਮੇਰੇ ਮਨ ਦੇ ਅੰਦਰ ਚੱਲ ਰਹੇ ਸਨ, ਲਗਾਤਾਰ ਪ੍ਰਬਲ ਹੋ ਰਹੇ ਸਨ। ਹੁਣ ਕਿਸੇ ਨੇ ਆਖਿਆ ਵੀ ਤੂੰ ਜਾ, ਚਲਾ ਜਾ ਉਹਦੇ ਕੋਲ। ਹੁਣ ਭਗਤ ਕਬੀਰ ਸਾਹਿਬ ਦੇ ਮਨ ਵਿੱਚ ਵਿਚਾਰਾਂ ਬੜੀਆਂ ਨੇ। ਵਿਚਾਰਾਂ ਇਹ ਨੇ, ਕਿਉਂਕਿ ਆਪਣੇ ਬਾਰੇ ਆਪ ਹੀ ਕਹਿ ਰਹੇ ਨੇ, ਬਾਣੀ ਵਿੱਚ ਜਦੋਂ ਪੜ੍ਹਦੇ ਆ ਨਾ ਤੇ ਭਗਤ ਕਬੀਰ ਸਾਹਿਬ ਦੇ ਪਰਥਾਏ ਕਹਿੰਦੇ ਜਾਤ ਜੁਲਾਹਾ ਮਤ ਕਾ ਧੀਰ, ਜਾਤ ਜੁਲਾਹਾ। ਤੇ ਜੁਲਾਹਾ ਜਿਹੜੀ ਉਹ ਛੋਟੀ ਜਾਤ ਮੰਨੀ ਗਈ ਹੈ ਇਸ ਪਹਿਲੇ ਸਮੇਂ ਦੇ ਅੰਦਰ। ਅੱਜ ਵੀ ਖੈਰ ਹਾਲਾਤ ਕੋਈ ਜ਼ਿਆਦਾ ਨਹੀਂ ਚੰਗੇ ਹੋਏ। ਤੇ ਮਨ ਦੇ ਅੰਦਰ ਇਹ ਆਇਆ ਕਿ ਭਗਤ ਰਾਮਾਨੰਦ ਜੀ ਉੱਚੀ ਜਾਤੀ ਦੇ ਨੇ, ਮੈਂ ਨੀਵੀਂ ਜਾਤ ਵਾਲਾ, ਤੇ ਮੈਨੂੰ ਭਗਤ ਰਾਮਾਨੰਦ ਜੀ ਕਿਵੇਂ ਆਪਣਾ ਸਿੱਖ ਬਣਾਉਣਗੇ, ਆਪਣਾ ਸਿੱਛੇ ਬਣਾਉਣਗੇ, ਕਿਵੇਂ ਆਪਣਾ ਚੇਲਾ ਮੈਨੂੰ ਬਣਾਉਣਗੇ। ਬੜੀਆਂ ਵਿਚਾਰਾਂ ਮਨ ਵਿੱਚ ਆਈਆਂ। ਕਿਸੇ ਨੇ ਆਖਿਆ ਫਿਰ ਇੱਦਾਂ ਕਰ, ਉਹਨਾਂ ਭਗਤ ਰਾਮਾਨੰਦ ਜੀ ਸਵੇਰੇ ਸਵੇਰੇ ਗੰਗਾ ਤੇ ਇਸ਼ਨਾਨ ਕਰਨ ਦੇ ਵਾਸਤੇ ਜਾਂਦੇ ਨੇ, ਗੰਗਾ ਨਹਾਉਣ ਵਾਸਤੇ ਜਾਂਦੇ, ਤੇ ਤੂੰ ਉੱਥੇ ਉਹਨਾਂ ਨੂੰ ਮਿਲ ਕਿਸੇ ਤਰੀਕੇ ਦੇ ਨਾਲ। ਉਹ ਇਸ਼ਨਾਨ ਕਰਨ ਤੇ ਉਹਨਾਂ ਜਾਣਾ ਹੀ, ਇੱਥੇ ਗੰਗਾ ਨਹਾਉਣ ਦਾ ਮਤਲਬ ਇਹ ਨਹੀਂ ਸੀ ਕਿ ਕਿਉਂਕਿ ਜਿਹੜਾ ਬੰਦਾ ਕਾਸ਼ੀ ਰਹਿੰਦਾ ਉਹਨੇ ਇਸ਼ਨਾਨ ਤੇ ਗੰਗਾ ਵਿੱਚ ਹੀ ਜਾ ਕੇ ਕਰਨਾ, ਹੋਰ ਉਹ ਕਿਤੇ ਇਹ ਗੱਲ ਆ ਜਾਏ ਵੀ ਹਾਂ ਗੰਗਾ ਵਿੱਚ ਜਾ ਕੇ ਨਹਾਉਣਾ ਤੇ ਗਲਤ ਹੋ ਗਿਆ, ਇਹ ਥੋੜੀ ਗੱਲ ਬਣਦੀ। ਹੁਣ ਉਹ ਗੰਗਾ ਨਹਾਉਣ ਜਾਂਦੇ ਨੇ, ਇਸ਼ਨਾਨ ਕਰਨ ਜਾਂਦੇ ਨੇ। ਕਿਸੇ ਨੇ ਆਖਿਆ ਤੂੰ ਨਾ ਜਾ ਕੇ ਰਸਤੇ ਵਿੱਚ ਲੰਮਾ ਪੈ ਜੀ, ਹਨੇਰਾ ਹੋਏਗਾ, ਹਨੇਰਾ ਹੋਏਗਾ ਤੇ ਤੈਨੂੰ ਕੁਝ ਨਾ ਕੁਝ ਆਪੇ ਹੀ ਪ੍ਰਮਾਤਮਾ ਬਿਧ ਬਣਾ ਦੇਗਾ, ਆਪਣੇ ਆਪ ਹੀ ਕੁਝ ਨਾ ਕਰ ਦੇਗਾ। ਹੁਣ ਕੁਝ ਇਤਿਹਾਸਕਾਰਾਂ ਦੀ ਇੱਥੇ ਵੱਖੋ ਵੱਖ ਜਿਹੜੀ ਉਹ ਰਾਏ ਹੈ, ਕਿਸੇ ਨੇ ਕੁਝ ਲਿਖਿਆ, ਕਿਸੇ ਨੇ ਕੁਝ ਲਿਖਿਆ। ਕਈ ਕਹਿੰਦੇ ਨੇ ਕਿ ਜਦੋਂ ਹਨੇਰੇ ਵਿੱਚ ਭਗਤ ਰਾਮਾਨੰਦ ਜੀ ਸਵੇਰੇ ਜਾ ਰਹੇ ਸਨ ਤੇ ਪੈਰ ਲੱਗਾ, ਇਹਨਾਂ ਨੂੰ ਠੁੱਡਾ ਵੱਜਾ। ਕਈਆਂ ਨੇ ਆਖਿਆ ਵੀ, ਕਈਆਂ ਲਿਖਿਆ ਹੈ ਕਿ ਕਹਿ ਦਿੱਤਾ ਪਰੇ ਮਰ, ਮਰ ਮਤਲਬ ਉਲਟਾ ਹੋ ਗਿਆ, ਰਾਮ ਮਰਾ ਤੇ ਇਹ ਹੋ ਗਿਆ, ਕਹਿੰਦੇ ਮਰਾ 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 ਜਪਣ ਲੱਗ ਪਏ। ਕਈਆਂ ਨੇ ਇਹ ਲਿਖਿਆ ਹੈ, ਪਰ ਮੈਂ ਇਹ ਬੇਨਤੀ ਨਾਲ ਨਾਲ ਤੁਹਾਨੂੰ ਕਰਦਾ ਜਾਵਾਂਗਾ। ਅਸਲ ਵਿੱਚ ਅਸੀਂ ਆ ਜੋ ਵਿਚਾਰਨਾ ਹੈ, ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਅਸੀਂ ਇਸ ਤੋਂ ਬਾਹਰ ਨਹੀਂ ਜਾਵਾਂਗੇ, ਉੱਥੋਂ ਤੱਕ ਹੀ ਅਸੀਂ ਰਵਾਂਗੇ ਜੋ ਭਾਈ ਸਾਹਿਬ ਨੇ ਲਿਖਿਆ ਹੈ। ਉਹਨਾਂ ਲਿਖਿਆ ਹੈ ਕਿ ਭਗਤ ਕਬੀਰ ਸਾਹਿਬ ਗਏ ਨੇ ਫਿਰ ਦਰਸ਼ਨ ਕਰਨ ਵਾਸਤੇ, ਗਏ ਨੇ ਕਿ ਉਪਦੇਸ਼ ਮੈਨੂੰ ਮਿਲੇਗਾ, ਉਪਦੇਸ਼ ਮੈਂ ਲੈ ਕੇ ਆਵਾਂ, ਵੀ ਕੁਝ ਨਾ ਕੁਝ ਤੇ ਮੈਨੂੰ ਉਪਦੇਸ਼ ਦੇਣਗੇ। ਤੇ ਭਗਤ ਕਬੀਰ ਸਾਹਿਬ ਚਲੇ ਗਏ ਕਾਸ਼ੀ ਵੱਲ। ਕਹਿੰਦੇ ਜਿਸ ਰਸਤੇ ਤੋਂ ਲੰਘਦੇ ਨੇ ਭਗਤ ਰਾਮਾਨੰਦ ਜੀ, ਉਸ ਰਸਤੇ ਤੇ ਜਾ ਕੇ ਲੰਮੇ ਪੈ ਗਏ। ਰਾਤ ਦਾ ਸਮਾਂ, ਉਦੋਂ ਕਿਹੜੀਆਂ ਸਟਰੀਟ ਲਾਈਟਾਂ ਹੁੰਦੀਆਂ ਸੀ ਵੀ ਜਿਹੜਾ ਪਤਾ ਲੱਗੇ ਕੌਣ ਕਿੱਥੇ ਪਿਆ ਹੈ। ਤੇ ਖਾਸ ਕਰਕੇ ਜਿਹੜਾ ਭਗਤਾਂ ਦੇ ਉੱਠਣ ਦਾ ਸਮਾਂ ਹੁੰਦਾ ਹੈ ਨਾ, ਭਗਤਾਂ ਦੇ ਜਾਗਣ ਦਾ ਜਿਹੜਾ ਸਮਾਂ ਹੈ, ਉਹ ਇੱਥੇ ਵੀ ਅੰਮ੍ਰਿਤ ਵੇਲਾ ਸ਼ਬਦ ਭਾਈ ਸਾਹਿਬ ਨੇ ਦਰਜ ਕੀਤਾ, ਭਾਈ ਗੁਰਦਾਸ ਜੀ ਨੇ, ਕਿ ਅੰਮ੍ਰਿਤ ਵੇਲੇ ਉਹ ਉੱਠ ਕੇ ਤੇ ਗੰਗਾ ਤੇ ਇਸ਼ਨਾਨ ਕਰਨ ਦੇ ਵਾਸਤੇ ਜਾਂਦੇ ਸਨ ਭਗਤ ਰਾਮਾਨੰਦ ਜੀ। ਤੇ ਅੰਮ੍ਰਿਤ ਵੇਲੇ ਕੌਣ ਜਾਗਦਾ ਹੈ? ਅੰਮ੍ਰਿਤ ਵੇਲੇ ਜਾਗਦਾ ਹੈ ਪ੍ਰਮਾਤਮਾ ਦਾ ਭਗਤ, ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ। ਵਿਕਾਰੀ ਬੰਦਾ ਕਦੇ ਅੰਮ੍ਰਿਤ ਵੇਲੇ ਉੱਠ ਹੀ ਨਹੀਂ ਸਕਦਾ, ਵਿਕਾਰ ਭੋਗਣ ਵਾਲਾ ਜਿਹੜਾ ਬੰਦਾ। ਅੰਮ੍ਰਿਤ ਵੇਲੇ ਜਾਗਣਾ ਗੁਰਬਾਣੀ ਨੇ ਵੀ ਬੜੀ ਮਹੱਤਤਾ ਇਹਨੂੰ ਦਿੱਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਬੜੀ ਮਹਾਨਤਾ ਇਸ ਚੀਜ਼ ਨੂੰ ਦਿੱਤੀ ਹੈ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ। ਝਾ ਲਾਗੇ ਉੱਠ ਨਾਮ ਜਪ ਨਿਸਬਾਸੁਰ ਆਰਾਧ, ਸਾਨੂੰ ਉਪਦੇਸ਼ ਦਿੱਤਾ। ਝਾ ਲਾਗੇ ਦਾ ਅਰਥ ਹੈ ਅੰਮ੍ਰਿਤ ਵੇਲਾ। ਇਹ ਵੀ ਵੇਖੋ ਕਿਹਾ ਗਿਆ ਹੈ ਕਿ ਪਿਛਲ ਰਾਤ ਨਾ ਜਾਗਿਓ। ਜੇ ਤੂੰ ਪਿਛਲ ਰਾਤ, ਪਹਿਰ ਰਾਤ ਰਹਿੰਦੇ ਆ, ਅੰਮ੍ਰਿਤ ਵੇਲੇ ਨਾ ਜਾਗਿਆ ਨਾ, ਪਿਛਲ ਰਾਤ ਨਾ ਜਾਗਿਓ, ਜੀਵੰਦੜੇ ਮੋਇਓ, ਫਿਰ ਤੂੰ ਜਿਉਂਦਾ ਹੀ ਮਰਿਆ। ਜਿਉਣਾ ਤੁਰਿਆ ਫਿਰਦਾ ਹੈ, ਸਰੀਰ ਤੇਰਾ ਚੱਲਦਾ ਫਿਰਦਾ ਹੈ, ਪਰ ਇਹਦੇ ਇੱਕ ਗੱਲ ਸਮਝ ਲੈ, ਤੂੰ ਇਹ ਜਾਣਦਾ ਵੀ ਤੂੰ ਜਿਉਂਦਾ ਮਰਿਆ।
पिछल रात ना जागियो जी मुदड़ो मोए होए। ਤੇ ਜੇ ਇਹ ਗੱਲ ਸਮਝ ਲਈਏ ਕਿ ਬਾਣੀ ਵਿੱਚ ਤਾਂ ਖੈਰ ਬੜੀਆਂ ਉਦਾਹਰਨਾਂ ਨੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ, ਭਲਕੇ ਅੰਮ੍ਰਿਤ ਵੇਲਾ, ਚਿੜੀ ਚੁਹਕੀ ਬਹੁ ਫੁੱਟੀ ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਚਿੜੀ ਚੁਹਕੀ, ਚਿੜੀ ਚਹਿਚਹਾਉਂਦੀ ਹੈ ਜਦੋਂ, ਬਹੁ ਫੁੱਟੀ ਬਹੁ ਫੁਟਾਲਾ ਹੋਇਆ ਅੰਮ੍ਰਿਤ ਵੇਲਾ, ਉਦੋਂ ਜਿਹੜੇ ਆ ਨਾ ਉਹਦੀ ਬੰਦਗੀ ਕਰਨ ਵਾਲੇ ਉੱਠਦੇ ਨੇ, ਉਦੋਂ ਜਾਗਦੇ ਨੇ। ਤੇ ਭਗਤ ਰਾਮਾਨੰਦ ਜੀ ਵੀ ਉਦੋਂ ਉੱਠੇ ਰੋਜ਼ਾਨਾ ਦੀ ਤਰ੍ਹਾਂ। ਅੱਜ ਪਰ ਇੱਕ ਵੱਖਰੀ ਚੀਜ਼ ਹੈ, ਅੱਜ ਇੱਕ ਵੱਖਰੀ ਗੱਲ ਹੈ। ਮੈਂ ਨਾਲ ਨਾਲ ਅਰਥ ਕਰਦਾ ਜਾਵਾਂ। ਭਗਤ ਵਾਹਿਗੁਰੂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਹੜੇ ਬੋਲ ਕੇ ਨਾ ਆਖਿਆ, ਹੋਏ ਬਿਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਰਾਮਾਨੰਦ ਗੁਸਾਈ ਬਿਰਖਤ ਹੋਇਆ, ਇਹ ਰਹਿ ਰਿਹਾ ਹੈ ਕਿਸ ਧਰਤੀ ਦੇ ਉੱਪਰ ਜਿਹਦਾ ਨਾਮ ਹੈ ਕਾਸ਼ੀ। ਕਾਸ਼ੀ ਧਰਤੀ ਦੇ ਉੱਪਰ ਭਗਤ ਰਾਮਾਨੰਦ ਜੀ ਰਹਿ ਰਹੇ ਨੇ। ਇਹਨਾਂ ਨੇ ਆਪਣਾ ਟਿਕਾਣਾ ਕੀਤੇ ਅੰਮ੍ਰਿਤ ਵੇਲੇ ਉੱਠ ਕੇ। ਇਹ ਅੰਮ੍ਰਿਤ ਵੇਲੇ ਉੱਠਦਾ ਹੈ, ਜਾਂਦਾ ਗੰਗਾ ਨਹਾਵਣ ਤਾਈਂ, ਤੇ ਗੰਗਾ ਇਸ਼ਨਾਨ ਕਰਨ ਦੇ ਵਾਸਤੇ ਰੋਜ਼ਾਨਾ ਹੀ, ਇੱਕ ਦਿਨ ਨਹੀਂ, ਰੋਜ਼ਾਨਾ ਹੀ ਜਾਂਦੇ ਨੇ ਭਗਤ ਰਾਮਾਨੰਦ ਜੀ ਗੰਗਾ ਤੇ ਨਹਾਉਣ ਵਾਸਤੇ, ਇਸ਼ਨਾਨ ਲਈ। ਹੁਣ ਜਿਵੇਂ ਕਿਸੇ ਨੇ ਸਮਝਾਇਆ ਸੀ ਨਾ, ਭਗਤ ਕਬੀਰ ਸਾਹਿਬ ਨੇ ਉਸੇ ਤਰ੍ਹਾਂ ਹੀ ਕੀਤਾ। ਅੱਗੋਂ ਹੀ ਦੇ ਜਾਇ ਕੈ ਲੰਮਾ ਪਿਆ ਕਬੀਰ ਤਿਥਾਈ, ਤਿਥਾਈ ਤਿਸ ਥਾਵੇਂ, ਜਿੱਥੋਂ ਲੰਘਦੇ ਸਨ ਅੱਗੋਂ ਜਾ ਕੇ ਨਾ, ਪਹਿਲਾਂ ਅੱਗੋਂ ਦੇ ਜਾ ਕੇ ਦਾ ਅਰਥ ਹੈ ਪਹਿਲਾਂ ਜਾ ਕੇ। ਇਹ ਨਹੀਂ ਕਿ ਉਹ ਲੰਘਦੇ ਸਨ, ਉਹਨਾਂ ਦੇ ਸਾਹਮਣੇ ਉਹਨਾਂ ਦੇ ਪਿੱਛੇ ਸੀ ਭਗਤ ਕਬੀਰ ਤੇ ਅੱਗੋਂ ਹੋ ਕੇ ਜਾ ਕੇ ਅੱਗੇ ਲੰਮਾ ਪੈ ਗਿਆ, ਨਹੀਂ। ਅੱਗੋਂ ਜਾ ਕੇ ਦਾ ਮਤਲਬ ਹੈ, ਅੱਗੋਂ ਹੀ ਦੇ ਜਾਇ ਕੈ ਦਾ ਮਤਲਬ ਹੈ ਕਿ ਭਗਤ ਰਾਮਾਨੰਦ ਜੀ ਦੇ ਆਉਣ ਤੋਂ ਪਹਿਲਾਂ ਹੀ ਭਗਤ ਕਬੀਰ ਸਾਹਿਬ ਜਿਹੜੇ ਨੇ ਨਾ, ਉਹ ਜਾ ਕੇ ਉਸ ਰਸਤੇ ਤੇ ਲੰਮੇ ਪੈ ਗਏ ਜਿਸ ਰਸਤੇ ਤੋਂ ਭਗਤ ਰਾਮਾਨੰਦ ਜੀ ਨੇ ਲੰਘਣਾ ਸੀ, ਜਾਣਾ ਸੀ। ਬੋਲ ਲੰਮਾ ਪਿਆ ਕਬੀਰ ਤਿਥਾਈ, ਤਿਥਾਈ ਕਿਸੇ ਥਾਵੇਂ ਭਗਤ ਕਬੀਰ ਸਾਹਿਬ ਜਾ ਕੇ ਕਹਿੰਦੇ ਲੰਮੇ ਪੈ ਗਏ ਉੱਥੇ। ਹੁਣ ਕੀ ਹੋਇਆ, ਪੈਰੀ ਟੁੰਬ ਉਠਾ ਲਿਆ। ਹੁਣ ਪੈਰੀ ਟੁੰਬ, ਕਈਆਂ ਨੇ ਆਖਿਆ ਵੀ ਠੁੱਡਾ ਆ ਗਿਆ, ਪੈਰੀ ਟੁੰਬ, ਟੁੰਬਿਆ ਗਿਆ, ਪੈਰ ਲੱਗਾ, ਪੈਰ ਨਾਲ ਜਦੋਂ ਲੱਗਾ ਨਾ ਜਾ ਕੇ, ਤੇ ਉਠਾ ਲਿਆ, ਹਿਲਾਇਆ। ਹੁਣ ਪੈਰ ਨਾਲ ਹਿਲਾਇਆ ਜਾਂ ਹੱਥ ਥੱਲੇ ਕਰਕੇ ਹਿਲਾਇਆ, ਇਹ ਇੱਕ ਵੱਖਰੀ ਗੱਲ ਹੈ। ਪੈਰੀ ਟੁੰਬ ਉਠਾਲਿਆ, ਕਹਿੰਦੇ ਪੈਰ ਨਾਲ ਟੁੰਬ ਕੇ ਉਠਾਲਿਆ, ਪੈਰ ਨਾਲ ਟੁੰਬ ਕੇ ਤੇ ਇਸ ਪਾਸੇ ਕੀਤਾ ਵੀ, ਕਿਆ ਆਖਿਆ ਵੀ ਉੱਠ, ਕੌਣ ਪਿਆ ਤੂੰ ਅੱਗੇ, ਕੌਣ ਸੁੱਤਾ ਪਿਆ ਹਨੇਰੇ ਦੇ ਵਿੱਚ, ਜਿਹੜਾ ਰਾਹ ਦੇ ਵਿੱਚ ਰਸਤੇ ਵਿੱਚ ਪਿਆ ਹੈ। ਪੈਰੀ ਟੁੰਬ ਉਠਾਲਿਆ, ਬੋਲੋ ਰਾਮ ਸਿੱਖ ਸਮਝਾਈ। ਹੁਣ ਕਈਆਂ ਨੇ ਆਖਿਆ ਕਿ ਇਹ ਭਗਤ ਰਾਮਾਨੰਦ ਜੀ ਕਿਸੇ ਨੂੰ ਵੀ ਸੰਬੋਧਨ ਕਰਦੇ ਸਨ, ਕਹਿੰਦੇ ਸਨ ਭਾਈ ਰਾਮ ਬੋਲ ਰਾਮ। ਇਹਨੂੰ ਹੁਣ ਕਿਹਾ, ਕਹਿੰਦੇ ਵੀ ਬੋਲੋ ਰਾਮ। ਪੈਰੀ ਟੁੰਬ ਕੇ ਉਠਾ ਲਿਆ ਤੇ ਆਖਿਆ ਭਾਈ ਉੱਠ, ਰਾਮ ਬੋਲ ਰਾਮ। ਰਾਮ, ਰਾਮ ਦਾ ਭਾਵ ਜਿਹੜਾ ਸਾਰਿਆਂ ਦੇ ਅੰਦਰ ਰਮਿਆ ਹੋਇਆ। ਰਾਮ, ਰਾਮ ਦਾ ਭਾਵ ਹੈ ਜਿਹੜਾ ਹਰ ਇੱਕ ਦੇ ਅੰਦਰ ਬੈਠਾ ਹੈ। ਰਾਮ ਜਿਹੜਾ ਸਾਰਿਆਂ ਦੇ ਅੰਦਰ ਬਿਰਾਜਮਾਨ ਹੈ, ਕਹਿੰਦੇ ਉਹ ਰਾਮ ਜਿਹੜਾ ਹੈ। ਇਹ ਬੋਲ ਕੇ ਆਖਿਆ ਭਾਈ ਉੱਠ। ਦੇਖੋ ਜਿਹੜੇ ਬੋਲ ਕਹਿ ਰਹੇ ਨੇ, ਕਹਿੰਦੇ ਰਾਮਾਨੰਦ ਜੀ ਨੇ ਕਿਹਾ ਉੱਠ, ਕਹਿੰਦੇ, ਤੇ ਉੱਠ ਕੇ ਰਾਮ ਜਪ, ਉੱਠ ਤੇ ਉੱਠ ਕੇ ਰਾਮ ਜਪ। ਰਾਮ ਪਰਮਾਤਮਾ ਦਾ ਨਾਮ ਸਿਮਰ, ਪਰਮਾਤਮਾ ਦੀ ਕਹਿੰਦੇ ਬੰਦਗੀ ਕਰ, ਪਰਮਾਤਮਾ ਦੇ ਨਾਮ ਨੂੰ ਜਪ, ਪਰਮਾਤਮਾ ਦੇ ਨਾਮ ਨੂੰ ਸਿਮਰ। ਹੁਣ ਵੇਖੋ, ਜਿਉਂ ਲੋਹਾ ਪਾਰਸ ਛੂ ਹੈ, ਭਾਈ ਸਾਹਿਬ ਕੀ ਕਹਿ ਰਹੇ ਨੇ, ਕਹਿੰਦੇ ਹੋ ਕੀ ਰਿਹਾ ਹੈ। ਕਹਿੰਦੇ ਉੱਠ, ਪੈਰੀ ਟੁੰਬ ਉਠਾਲਿਆ, ਬੋਲੋ ਰਾਮ ਸਿੱਖ ਸਮਝਾਈ। ਆਖਿਆ ਉੱਠ, ਪਰਮਾਤਮਾ ਦਾ, ਰਾਮ ਦਾ ਨਾਮ ਸਿਮਰ, ਪਰਮਾਤਮਾ ਦੀ ਬੰਦਗੀ ਕਰ, ਪਰਮਾਤਮਾ ਦੇ ਨਾਮ ਨੂੰ ਜਪ, ਰਾਮ ਰਾਮ ਆਖ, ਰਾਮ ਰਾਮ ਬੋਲ। ਹੁਣ ਜਦੋਂ ਰਾਮ ਬੋਲਿਆ, ਰਾਮ ਕਿਹਾ, ਉਹਨੂੰ ਉਪਦੇਸ਼ ਹੋ ਗਿਆ ਨਾ ਇਹ ਤੇ, ਫਿਰ ਵੀ ਉੱਠ ਰਾਮ ਦਾ ਨਾਮ ਜਪ। ਹੁਣ ਗੁਰੂ ਨੇ ਉਪਦੇਸ਼ ਦੇ ਦਿੱਤਾ, ਗੁਰੂ ਨੇ ਉਪਦੇਸ਼ ਬਖਸ਼ ਦਿੱਤਾ। ਗੁਰੂ ਨੇ ਇਹ ਅਸਲ ਉਪਦੇਸ਼ ਜਿਹੜਾ ਇਹ ਦਿੱਤਾ ਹੈ ਕਿ ਰਾਮ, ਹੁਣ ਸਾਨੂੰ ਵੀ, ਅਸੀਂ ਵੀ ਅੰਮ੍ਰਿਤ ਛਕਦੇ ਹਾਂ। ਵੇਖੋ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਹੈ ਤੇ 5 ਪਿਆਰੇ ਸਹਿਬਾਨ ਜਿਹੜੇ ਨੇ ਨਾ, 5 ਪਿਆਰੇ ਸਹਿਬਾਨ, ਉਹ ਸਾਨੂੰ ਵੀ ਗੁਰਮੰਤਰ ਦਿੰਦੇ ਨੇ, ਸਾਨੂੰ ਵੀ ਮੂਲ ਮੰਤਰ ਦਿੱਤਾ ਜਾਂਦਾ ਹੈ। ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ, ਫਿਰ ਵਾਹਿਗੁਰੂ ਮੂਲ ਮੰਤਰ,
ਜਿਹਦੇ ਬਾਰੇ ਭਾਈ ਸਾਹਿਬ ਨੇ ਆਖਿਆ, ਵਾਹਿਗੁਰੂ ਗੁਰੂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿ ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਹੋਈ, ਕਿ ਜਪ ਕੇ ਇਹਦੇ ਨਾਲ ਜਿਹੜੀ ਹਉਮੈ ਹੈ ਉਹ ਸਦਾ ਦੇ ਵਾਸਤੇ ਜਿਹੜੀ ਉਹ ਖਤਮ ਹੋ ਜਾਏਗੀ। ਸਦਾ ਦੇ ਵਾਸਤੇ ਜਿਹੜੀ ਹੈ ਨਾ ਹਉਮੈ ਖਤਮ ਹੋ ਜਾਏਗੀ। ਸਾਡੇ ਲਈ ਵੀ ਗੁਰਮੰਤਰ ਹੈ, ਅਸੀਂ ਨਹੀਂ ਜਪਦੇ ਗੱਲ ਤੇ ਆ। ਜਿਨ੍ਹਾਂ ਨੇ ਜਪਿਆ, ਪਰਮਾਤਮਾ ਦੀ ਬੰਦਗੀ ਕੀਤੀ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਮੰਨਿਆ, ਉਹਨਾਂ ਦਾ ਪਾਰ ਉਤਾਰਾ ਹੋਇਆ। ਇੱਥੇ ਭਾਈ ਸਾਹਿਬ ਨੇ ਜਿਹੜੇ ਬੋਲ ਕਹੇ ਨੇ ਨਾ ਉਹਨਾਂ ਦੇ ਵਾਸਤੇ, ਉਹ ਬੋਲ ਇਹ ਨੇ ਕਿ ਭਾਈ ਜਿਹੜਾ ਰਾਮਾਨੰਦ ਭਗਤ ਹੈ ਉਹਨੇ ਆਖਿਆ ਕਿ ਐ ਕਬੀਰ, ਵਾਹਿਗੁਰੂ ਜਿਹੜਾ ਵੀ ਰਸਤੇ ਵਿੱਚ ਲੰਮਾ ਪਿਆ ਏ ਉਹਦੇ ਲਈ ਸ਼ਬਦ ਇਹ ਵਰਤੇ ਕਿ ਤੂੰ ਉੱਠ ਤੇ ਉੱਠ ਭਾਈ, ਪਰਮਾਤਮਾ ਦਾ ਜਿਹੜਾ ਨਾਮ ਹੈ ਨਾ ਉਸ ਨਾਮ ਨੂੰ ਜਪ ਲੈ, ਪਰਮਾਤਮਾ ਦੇ ਨਾਮ ਨੂੰ ਸਿਮਰ ਲੈ, ਉਸ ਪਰਮਾਤਮਾ ਦੀ ਤੂੰ ਬੰਦਗੀ ਕਰ, ਉਹਦੇ ਨਾਮ ਨੂੰ ਜਪ। ਫਿਰ ਹੋਇਆ ਕੀ ਕਬੀਰ ਸਾਹਿਬ ਕਹਿੰਦੇ ਜਿਉਂ ਲੋਹਾ ਪਾਰਸ ਛੂਹੇ। ਹੁਣ ਉਦਾਹਰਨ ਵੇਖੋ ਕਿੱਡੇ ਕਮਾਲ ਦੀ ਦਿੱਤੀ ਹੈ, ਜਿਉਂ ਲੋਹਾ ਪਾਰਸ ਛੂਹੇ, ਜਿਵੇਂ ਲੋਹਾ ਜਿਹੜਾ ਪਾਰਸ ਦੇ ਨਾਲ ਛੂਹ ਜਾਂਦਾ ਹੈ ਨਾ, ਲੋਹਾ ਇਹਦੀ ਕਮਾਲ ਦੀ ਵੇਖੋ ਐਗਜ਼ਾਮਪਲ ਦਿੱਤੀ ਹੈ। ਲੋਹਾ ਪਾਰਸ ਨਾਲ ਛੂਹ ਗਿਆ ਤੇ ਕੀ ਹੋਇਆ, ਉਹ ਸੋਨਾ ਬਣ ਗਿਆ। ਇਵੇਂ ਹੀ ਹੈ ਨਾ, ਲੋਹਾ ਪਾਰਸ ਨਾਲ ਛੂਹਿਆ ਸੋਨਾ ਬਣ ਗਿਆ। ਤੇ ਦੂਜੇ ਪਾਸੇ ਚੰਦਨ ਵਾਸ ਨਿੰਮ ਮਹਿਕਾਈ। ਹੁਣ ਨਿੰਮ ਜਿਹੜੀ ਉਹ ਕੌੜੀ ਹੈ, ਕੁੜੱਤਣ ਨਾਲ ਭਰੀ ਹੋਈ ਹੈ। ਭਾਈ ਸਾਹਿਬ ਨੇ ਆਖਿਆ ਜੇ ਨਿੰਮ ਦਾ ਰੁੱਖ ਜਿਹੜਾ ਚੰਦਨ ਦੇ ਕੋਲ ਉਗਾਏ ਨਾ, ਚੰਦਨ ਦੇ ਰੁੱਖ ਦੇ ਕੋਲ, ਤੇ ਕੀ ਹੋਏਗਾ, ਉਹਦੇ ਅੰਦਰੋਂ ਚੰਦਨ ਦੀ ਸੁਗੰਧੀ ਆਉਣ ਲੱਗ ਪੈਂਦੀ ਹੈ। ਫਿਰ ਉਹਦੇ ਅੰਦਰੋਂ ਕੋਈ ਜਿਹੜੀ ਕੁੜੱਤਣ ਜਿਹੜੀ ਹੈ ਨਾ, ਕੁੜੱਤਣ ਉਹ ਸਦਾ ਲਈ ਖਤਮ ਹੋ ਜਾਂਦੀ ਹੈ। ਇਹ ਦੋ ਐਗਜ਼ਾਮਪਲਸ ਦੇ ਕੇ, ਦੋ ਉਦਾਹਰਨਾਂ ਦੇ ਕੇ ਉਹਨਾਂ ਨੇ ਸਮਝਾਇਆ ਕਿ ਜਿਵੇਂ ਮੰਨ ਲਓ, ਮੈਂ ਫੋਰ ਐਗਜ਼ਾਮਪਲ ਹੀ ਤੁਹਾਡੇ ਨਾਲ ਗੱਲ ਕਰ ਰਿਹਾ, ਮੰਨ ਲਓ ਵੀ ਕਬੀਰ ਸਾਹਿਬ ਅਜੇ ਲੋਹੇ ਦੀ ਨਿਆਈ ਨੇ, ਪਰ ਜਦੋਂ ਪਾਰਸ ਨਾਲ ਇਹ ਲੋਹਾ ਗੁਰੂ ਨਾਲ ਛੂਹ ਗਿਆ, ਕਬੀਰ ਸਾਹਿਬ ਛੂਹ ਗਏ ਤੇ ਸ਼ੁੱਧ ਕੰਚਨ ਬਣ ਗਏ, ਸ਼ੁੱਧ ਸੋਨਾ ਬਣ ਗਏ। ਮੰਨ ਲਓ ਦੂਜੀ ਐਗਜ਼ਾਮਪਲ, ਮੰਨ ਲਓ ਕਬੀਰ ਸਾਹਿਬ ਨਿੰਮ ਰੁੱਖ ਦੀ ਤਰ੍ਹਾਂ ਨੇ ਤੇ ਭਗਤ ਰਾਮਾਨੰਦ ਜੀ ਚੰਦਨ ਦੀ ਤਰ੍ਹਾਂ। ਹੁਣ ਚੰਦਨ ਜਿਹੜਾ ਹੈ, ਨਿੰਮ ਚੰਦਨ ਦੇ ਨਾਲ ਛੂਹ ਗਈ ਤੇ ਉਹਦੇ ਅੰਦਰ ਚੰਦਨ ਦੀ ਜਿਹੜੀ ਸੁਗੰਧੀ ਉਹ ਆ ਗਈ, ਉਹਦੇ ਅੰਦਰ ਵੀ ਵੇਖੋ ਬਿਲਕੁਲ ਇਸੇ ਤਰ੍ਹਾਂ ਹੋਇਆ। ਕਹਿੰਦੇ ਜਿਉਂ ਲੋਹਾ ਪਾਰਸ ਛੂਹੇ ਚੰਦਨ ਵਾਸ ਨਿੰਮ ਮਹਿਕਾਈ। ਜਿਵੇਂ ਲੋਹਾ ਪਾਰਸ ਨੂੰ ਛੂਹ ਗਿਆ, ਜਿਵੇਂ ਚੰਦਨ ਨਿੰਮ ਦੇ ਨਾਲ, ਨਿੰਮ ਚੰਦਨ ਦੇ ਨਾਲ ਛੂਹ ਗਈ, ਉਹਦੇ ਅੰਦਰ ਖੁਸ਼ਬੂ ਆ ਗਈ, ਲੋਹਾ ਸੋਨਾ ਬਣ ਗਿਆ। ਕਹਿੰਦੇ ਇਹ ਅਵਸਥਾ ਜਿਹੜੀ ਉਹ ਕਬੀਰ ਸਾਹਿਬ ਦੀ। ਵੇਖੋ ਗੁਰੂ ਉਪਦੇਸ਼ ਕਿੱਡੀ ਵੱਡੀ ਗੱਲ ਹੈ, ਗੁਰੂ ਧਾਰਨਾ ਕਿੰਨੀ ਜ਼ਰੂਰੀ ਗੱਲ ਹੈ। ਆਪਾਂ ਬਾਬਾ ਅਮਰਦਾਸ ਜੀ ਦਾ ਜੀਵਨ ਜਦੋਂ ਪੜ੍ਹਦੇ ਹਾਂ, ਗੁਰੂ ਅਮਰਦਾਸ ਬਣਨ ਤੋਂ ਪਹਿਲਾਂ, ਤੇ ਕੀ ਕੁਝ ਉਹਨਾਂ ਨੂੰ ਕਰਨਾ ਪਿਆ, ਕੀ ਕੁਝ ਹੋਇਆ। ਇੱਥੋਂ ਤੱਕ ਉਹਨਾਂ ਨੇ ਲਿਖ ਦਿੱਤਾ, ਇੱਥੋਂ ਤੱਕ ਇਹ ਗੁਰੂ ਰਾਮਦਾਸ ਸਾਹਿਬ, ਵਾਹਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਇੱਥੋਂ ਤੱਕ ਉਹਨਾਂ ਨੇ ਜਿਹੜੀ ਗੱਲ ਹੈ ਉਹ ਕਹਿ ਦਿੱਤੀ। ਆਖਿਆ ਭਾਈ ਕਿ ਨਿਗੁਰੇ ਕਾ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਉਹਨਾਂ ਨੇ ਆਖਿਆ ਨਿਗੁਰੇ ਬੰਦੇ ਦਾ ਜਿਹੜਾ ਹੈ ਨਾ ਉਹ ਨਾਂ ਲੈਣਾ ਵੀ ਬੁਰਾ ਹੈ, ਨਾਂ ਲੈਣਾ ਵੀ ਮਾੜਾ ਹੈ। ਨਿਗੁਰਾ ਬੰਦਾ ਜਿਹਨੇ ਅਜੇ ਤੱਕ ਗੁਰੂ ਨਹੀਂ ਧਾਰਨ ਕੀਤਾ। ਤੇ ਅਸੀਂ ਵੇਖੋ ਕਬੀਰ ਸਾਹਿਬ ਗੁਰੂ ਧਾਰਨ ਕਰਨ ਦੇ ਵਾਸਤੇ ਕੀ ਕੁਝ ਕਰਦੇ ਪਏ ਨੇ। ਰਾਤ ਲੰਮੇ ਪੈ ਗਏ ਉਸ ਰਸਤੇ ਤੇ, ਪਤਾ ਨਹੀਂ ਉਹ ਕਿਤੇ ਕੋਈ ਝਾੜੂ ਮਾਰ ਕੇ ਥੋੜ੍ਹੀ ਲੰਮੇ ਪਏ ਹੋਣਗੇ। ਪਰ ਹਾਂ, ਜਦੋਂ ਗੁਰੂ ਰੂਪੀ ਪਾਰਸ ਨਾਲ ਇਹ ਲੋਹਾ ਛੋ ਗਿਆ ਤੇ ਕੰਚਨ ਬਣ ਗਿਆ, ਜਦੋਂ ਗੁਰੂ ਰੂਪੀ ਚੰਦਨ ਦੇ ਨਾਲ ਇਹ ਨਿੰਮ ਛੂਹ ਗਈ ਤੇ ਇਹਦੇ ਅੰਦਰੋਂ ਨਿੰਮ ਦੀ ਕੁੜੱਤਣ ਖਤਮ ਹੋ ਗਈ ਤੇ ਚੰਦਨ ਦੀ ਸੁਗੰਧੀ ਇਹਦੇ ਅੰਦਰੋਂ ਆਉਣ ਲੱਗ ਪਈ। ਫਿਰ ਅਗਲੀ ਐਗਜ਼ਾਮਪਲ ਉਹਨਾਂ ਦਿੱਤੀ, ਕਹਿੰਦੇ ਪਸ਼ੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਪਸ਼ੂ ਪਰੇ ਤੋਂ ਦੇਵ ਕਰ, ਇਹ ਪੂਰੇ ਗੁਰੂ ਦੀ ਵਡਿਆਈ ਹੈ, ਪੂਰੇ ਗੁਰੂ ਦੀਆਂ ਰਹਿਮਤਾਂ ਹੈ ਕਿ ਉਹ ਪਸ਼ੂ ਤੇ ਪ੍ਰੇਤਾਂ ਤੋਂ ਦੇਵਤੇ ਬਣਾ ਦਿੰਦਾ ਹੈ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾ। ਬਲਿਹਾਰੀ ਗੁਰ ਆਪਣੇ, ਗੁਰੂ ਸਾਹਿਬ ਵੀ ਕਹਿ ਰਹੇ ਨੇ, ਗੁਰਬਾਣੀ ਦੀ ਉਦਾਹਰਨ ਵੀ ਹੈ ਕਿ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ। ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ, ਦਿਨ ਵਿੱਚ 100 ਵਾਰ ਬਲਿਹਾਰ ਕੁਰਬਾਨ ਸਦਕੇ ਜਾਣਾ। ਕਿਉਂ? ਕਿਉਂਕਿ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ, ਜਿਹਨੇ ਮਨੁੱਖਾਂ ਤੋਂ ਦੇਵਤੇ ਬਣਾਉਂਦੇ ਆ ਇੱਕ ਪਲ ਵੀ ਨਹੀਂ ਲਾਇਆ। ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਪੂਰੇ ਗੁਰੂ ਦੀ ਇਹ ਵਡਿਆਈ ਹੈ, ਉਹਨੇ ਵਡਿਆਈ ਦਿੱਤੀ ਭਗਤ ਕਬੀਰ ਸਾਹਿਬ ਨੂੰ। ਉਹ ਗੁਰੂ ਜਿਹੜਾ ਪਸ਼ੂ ਤੇ ਪ੍ਰੇਤ ਤੋਂ ਵੀ ਦੇਵਤੇ ਬਣਾ ਦਿੰਦਾ ਹੈ, ਦੇਵਤੇ ਕਰ ਦਿੰਦਾ ਹੈ। ਫਿਰ ਕਹਿੰਦੇ ਅਚਰਜ ਨੂੰ ਅਚਰਜ ਮਿਲਾਏ, ਵਿਸਮਾਦਾ ਵਿਸਮਾਦ ਮਿਲਾਈ। ਅਚਰਜ ਨੂੰ ਅਚਰਜ ਮਿਲਾਏ,
ਇਹ ਮਿਲਾਪ ਜਿਹੜਾ ਰਾਮਾਨੰਦ ਤੇ ਭਗਤ ਕਬੀਰ ਸਾਹਿਬ ਦਾ ਹੋਇਆ ਨਾ, ਉਹਦਾ ਜ਼ਿਕਰ ਕਰ ਰਹੇ ਨੇ। ਅਚਰਜ ਨੂੰ ਅਚਰਜ ਮਿਲਿਆ। ਅਚਰਜ ਪਹਿਲਾ ਸ਼ਬਦ ਜਿਹੜਾ ਇਹ ਗੁਰੂ ਭਗਤ ਰਾਮਾਨੰਦ ਜੀ ਦੇ ਪਰਥਾਏ ਹੈ। ਕਹਿੰਦੇ ਹੋਇਆ ਕਿ ਅਚਰਜ ਗੁਰੂ ਨਾਲ ਮਿਲ ਕੇ ਸਿੱਖ ਵੀ ਅਚਰਜ ਹੋ ਗਿਆ। ਅਚਰਜ ਨੋ ਅਚਰਜ ਮਿਲਿਆ। ਅਚਰਜ ਅਚਰਜ ਗੁਰੂ ਰਾਮਾਨੰਦ ਨੂੰ ਮਿਲ ਕੇ ਭਗਤ ਕਬੀਰ ਸਾਹਿਬ ਵੀ ਅਚਰਜ ਹੋ ਗਏ ਨੇ, ਨਾਲ ਉਹਨਾਂ ਦੇ ਮਿਲ ਕੇ ਉਹਨਾਂ ਦਾ ਰੂਪ ਬਣ ਗਏ ਨੇ। ਭਾਵ ਈਸ਼ਵਰ ਨੂੰ ਮਿਲ ਕੇ ਈਸ਼ਵਰ ਦਾ ਰੂਪ ਬਣ ਗਿਆ, ਗੁਰੂ ਨੂੰ ਮਿਲ ਕੇ ਉਹਦਾ ਹੀ ਰੂਪ ਬਣ ਗਿਆ। ਵਿਸਮਾਦਾ ਹੈ, ਵਿਸਮਾਦ ਮਿਲਾਈ। ਫਿਰ ਅਗਲੇ ਜਿਹੜੇ ਬੋਲ ਕਹੇ ਨੇ, ਕਹਿੰਦੇ ਹੋਇਆ ਕਿ ਵਿਸਮਾਦ ਦੇ ਨਾਲ ਮਿਲ ਕੇ ਵਿਸਮਾਦ ਹੀ ਹੋ ਗਿਆ। ਵਿਸਮਾਦ ਨਾਲ ਮਿਲੇ ਨੇ, ਵਿਸਮਾਦ ਹੀ ਬਣ ਗਏ ਨੇ। ਜਿਸ ਹੁਣ ਇੱਕ ਓੰਕਾਰ ਨੂੰ ਸਿਮਰਦੇ ਹਾਂ, ਇੱਕ ਓੰਕਾਰ ਦਾ ਰੂਪ ਬਣਦੇ ਆ। ਉਹਦਾ ਰੂਪ ਉਹਦੇ ਗੁਣ ਨੇ ਨਿਰਭਉ ਹੈ। ਜੇ ਉਹਨੂੰ ਸਿਮਰੇਗਾ ਤੇ ਨਿਰਭਉ ਬਣੇਗਾ। ਉਹਦਾ ਗੁਣ ਹੈ ਕਿ ਉਹ ਨਿਰਵੈਰ ਹੈ। ਉਹਨੂੰ ਸਿਮਰਨ ਦੇ ਨਾਲ ਬੰਦਾ ਵੀ ਜਿਹੜਾ ਦੂਜਾ ਵੀ ਉਹ ਵੀ ਨਿਰਵੈਰ ਬਣ ਜਾਂਦਾ ਹੈ। ਤੇ ਜਿਹੜਾ ਅਚਰਜ ਨੂੰ ਮਿਲਿਆ ਅਚਰਜ ਬਣ ਗਿਆ, ਵਿਸਮਾਦ ਨੂੰ ਮਿਲਿਆ ਉਹਦੇ ਅੰਦਰ ਵੀ ਵਿਸਮਾਦ ਜਿਹੜਾ ਉਹ ਭਰ ਗਿਆ। ਫਿਰ ਕਹਿੰਦੇ ਝਰਨਾ ਝਰਦਾ ਨਿਚਰੋਂ ਗੁਰਮੁਖ ਬਾਣੀ ਘੜਤ, ਗੁਰਮੁਖ ਬਾਣੀ ਅਘੜ ਕਢਾਈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ, ਫਿਰ ਜਿਹੜਾ ਆਤਮਾ ਚੋਂ ਅੰਮ੍ਰਿਤ ਦਾ ਝਰਨਾ ਨਾ ਜਿਹੜਾ ਝਰਦਾ ਹੈ, ਭਾਵ ਪਰਉਪਕਾਰ ਦਾ, ਉਹਨਾਂ ਤੋਂ ਸਤ ਉਪਦੇਸ਼ ਦਾ ਜਿਹੜਾ ਪ੍ਰਵਾਹ ਚੱਲਦਾ ਹੈ, ਉਹ ਗੁਰਮੁਖਾਂ ਦੀ ਬਾਣੀ ਅਘੜ ਜੀਵਾਂ ਨੂੰ ਘੜ ਦਿੰਦੀ ਹੈ। ਵੇਖੋ ਝਰਨਾ ਝਰਦਾ ਨਿਚਰੋਂ। ਫਿਰ ਹੋਇਆ ਕਿ ਮਿਲਾਪ ਹੋਇਆ ਕਬੀਰ ਸਾਹਿਬ ਦਾ ਭਗਤ ਰਾਮਾਨੰਦ ਜੀ ਦੇ ਨਾਲ ਮਿਲਾਪ ਹੋਇਆ। ਤੇ ਮਿਲਾਪ ਹੋਣ ਤੋਂ ਬਾਅਦ ਵੇਖੋ ਹੁਣ ਉਹ ਜਿਹੜਾ ਝਰਨਾ ਅੰਮ੍ਰਿਤ ਦਾ ਝਰਨਾ, ਨਾਮ ਬਾਣੀ ਦਾ ਝਰਨਾ ਜਿਹੜਾ ਰਾਮਾਨੰਦ ਚੋਂ ਝਰ ਰਿਹਾ ਸੀ, ਵਗ ਰਿਹਾ ਸੀ, ਉਹ ਭਗਤ ਕਬੀਰ ਸਾਹਿਬ ਨੂੰ ਵੀ ਮਿਲਿਆ। ਗੁਰਮੁਖ ਬਾਣੀ ਅਘੜ ਕਢਾਈ। ਤੇ ਜਿਹੜੀ ਭਗਤ ਰਾਮਾਨੰਦ ਜੀ ਦੇ ਬੋਲ ਨੂੰ ਘਾੜਤ ਘੜ ਦਿੱਤੀ ਭਗਤ ਕਬੀਰ ਸਾਹਿਬ ਦੀ, ਘਾੜਤ ਘੜ ਦਿੱਤੀ। ਰਾਮ ਕਬੀਰਾ ਭੇਦ ਨਾ ਭਾਈ। ਤੇ ਵੇਖੋ ਹੋਇਆ ਕੀ, ਮੈਂ ਕਈ ਵਾਰ ਆਹ ਜਿਹੜੀ ਲਾਸਟ ਵਾਲੀ ਪੰਕਤੀ ਹੈ ਨਾ, ਇਹ ਪੜ੍ਹ ਕੇ ਤੇ ਮਨ ਬੜਾ ਕਈ ਵਾਰ ਹੈਰਾਨ ਹੁੰਦਾ ਹੈ। ਇਹ ਸੱਚਾਈ ਹੈ। ਹੈਰਾਨ ਇਸ ਕਰਕੇ ਹੁੰਦਾ ਹੈ ਕਿ ਰਾਮ ਕਬੀਰਾ ਭੇਦ ਨਾ ਭਾਈ। ਜਿਹੜੇ ਕਬੀਰ ਸਾਹਿਬ ਖੁਦ ਗੁਰੂ ਨੂੰ ਲੱਭਦੇ ਪਏ ਨੇ, ਜਿਹੜੇ ਕਬੀਰ ਸਾਹਿਬ ਖੁਦ ਚਾਹੁੰਦੇ ਨੇ ਕਿ ਮੈਨੂੰ ਗੁਰੂ ਮਿਲ ਜਾਏ, ਪੂਰਨ ਗੁਰੂ ਮਿਲੇ। ਕੁਝ ਵਾਹਿਗੁਰੂ ਬਾਬਾ ਅਮਰਦਾਸ ਨਾਲ ਵੀ ਇਹ ਕੁਝ ਹੋਇਆ। ਉਹ ਕੁਝ ਵੀ ਇਹੀ ਕਰਦੇ ਰਹੇ, ਪਰ ਬਾਬਾ ਅਮਰਦਾਸ ਨੂੰ ਗੁਰੂ ਮਿਲਿਆ ਤੇ ਉਹ ਗੁਰੂ ਦਾ ਰੂਪ ਹੋ ਗਏ, ਪਰਮਾਤਮਾ ਦਾ ਰੂਪ ਹੋ ਗਿਆ, ਕੋਈ ਫਰਕ ਨਹੀਂ ਰਿਹਾ। ਇਸੇ ਤਰ੍ਹਾਂ ਹੀ ਰਾਮ ਕਬੀਰਾ ਭੇਦ ਨਾ ਭਾਈ। ਤੇ ਰਾਮ ਤੇ ਕਬੀਰ ਦੇ ਵਿੱਚ ਪਰਮਾਤਮਾ, ਵੈਸੇ ਕਬੀਰ ਦਾ ਅਰਥ ਵੱਡਾ ਵੀ ਹੈ। ਕਬੀਰਾ ਤੂੰ ਹੀ ਕਬੀਰ ਤੂੰ ਤੇਰੋ ਨਾਉ ਕਬੀਰ, ਕਬੀਰ ਦਾ ਅਰਥ ਵੱਡਾ ਵੀ ਹੈ। ਰਾਮ ਕਬੀਰਾ ਭੇਦ ਨਾ ਭਾਈ। ਕਹਿੰਦੇ ਰਾਮ ਤੇ ਕਬੀਰ ਵਿੱਚ ਕੋਈ ਭੇਦ, ਕੋਈ ਫਰਕ, ਕੋਈ ਅੰਤਰ ਬਿਲਕੁਲ ਵੀ, ਇੱਕ ਰੱਤੀ ਭਰ ਦਾ ਵੀ ਜਿਹੜਾ ਅੰਤਰ ਹੈ ਨਾ, ਰੱਤੀ ਭਰ ਦਾ ਵੀ ਜਿਹੜਾ ਫਰਕ ਹੈ, ਕਹਿੰਦੇ ਉਹ ਨਹੀਂ ਰਹਿ ਗਿਆ। ਰਾਮ ਤੇ ਕਬੀਰ ਦੇ ਅੰਦਰ ਇੱਕ ਮਿਕ ਹੋ ਗਿਆ। ਰਾਮ ਤੇ ਕਬੀਰ, ਕਬੀਰ ਸਾਹਿਬ ਉਸ ਰੱਬ ਦਾ ਰੂਪ ਹੋ ਗਏ। ਵੇਖੋ ਕਿੰਨਾ ਕੁ ਰੱਬ ਦਾ ਰੂਪ ਹੋਏ। ਮੈਂ ਤਾਂ ਹੀ ਇਹ ਸ਼ੁਰੂਆਤ ਜਿੱਥੋਂ ਕੀਤੀ ਸੀ ਉੱਥੇ ਲੈ ਕੇ ਜਾ ਰਿਹਾ। ਫਿਰ ਕਿ ਕਾਸ਼ੀ ਵਿੱਚ ਰਹਿੰਦੇ ਹਾਂ, ਜਿਸ ਕਾਸ਼ੀ ਦੇ ਵਿੱਚ ਲੋਕ ਆਉਂਦੇ ਨੇ ਮਰਨ ਦੇ ਵਾਸਤੇ। ਜੇ ਆਹ ਸ਼ਬਦ ਪੜ੍ਹਦੇ ਆ ਨਾ, ਇੱਕ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਕਰਵਤ ਭਲਾ। ਉੱਥੇ ਇੱਕ ਕਰਵਤ ਬਣਾਇਆ ਹੋਇਆ ਸੀ। ਕਰਵਤ ਕਹਿੰਦੇ ਨੇ ਆਰੇ ਨੂੰ, ਆਰਾ। ਵੇਖੋ ਬ੍ਰਾਹਮਣ ਨੇ ਕਿੰਨੀ ਚਾਲ ਚੱਲੀ ਹੋਈ ਸੀ ਕਿ ਇੱਕ ਭਰਮ ਫੈਲਾ ਦਿੱਤਾ ਕਿ ਜਿਹੜਾ ਬੰਦਾ ਕਬੀਰ ਵਾਹਿਗੁਰੂ, ਜਿਹੜਾ ਬੰਦਾ ਕਾਸ਼ੀ ਦੀ ਧਰਤੀ ਤੇ ਜਿਹਨੂੰ ਮੌਤ ਆਏਗੀ ਉਹ ਸਵਰਗ ਵੱਲ ਜਾਏਗਾ, ਸਿੱਧਾ ਸਵਰਗ ਲੋਕ ਵੱਲ ਜਾਏਗਾ, ਜਿਹਨੂੰ ਕਾਸ਼ੀ ਮੌਤ ਆਏਗੀ। ਹੁਣ ਲੋਕ ਆਉਣ ਲੱਗ ਪਏ। ਅਖੀਰਲਾ ਸਮਾਂ ਆਪਣਾ ਅੱਜ ਵੀ ਇਹ ਖੈਰ, ਤੁਸੀਂ ਕਿਤੇ ਕਾਸ਼ੀ ਜਾ ਕੇ ਵੇਖੋ, ਅੰਦਰ ਜਿਹੜੀਆਂ ਗਲੀਆਂ ਬੜੀਆਂ ਭੀੜੀਆਂ, ਲੋਕਾਂ ਨੇ ਇੱਕ ਇੱਕ ਕਮਰਾ ਕਿਰਾਏ ਤੇ ਲਿਆ ਵੀ ਸਾਨੂੰ ਮੌਤ ਕਾਸ਼ੀ ਆਏਗੀ। ਤੁਸੀਂ ਵੇਖੋ ਜਾ ਕੇ ਉੱਥੇ, ਮਤਲਬ ਧਰਮ ਦੇ ਨਾਮ ਤੇ ਕੀ ਕੁਝ ਜਿਹੜਾ ਉਹ ਹੋ ਰਿਹਾ ਹੈ ਤੇ ਕੀ ਕੁਝ ਕੀਤਾ ਜਾ ਰਿਹਾ। ਕਿਤੇ ਕਾਸ਼ੀ ਜਾਣ ਦਾ ਮੌਕਾ ਮਿਲੇ ਨਾ, ਜਾ ਕੇ ਦੇਖੋ। ਬੜੀਆਂ ਭੀੜੀਆਂ ਗਲੀਆਂ, ਬੜੇ ਛੋਟੇ ਛੋਟੇ ਕਮਰੇ ਲੋਕਾਂ ਨੇ ਕਿਰਾਏ ਤੇ ਦਿੱਤੇ ਹੋਏ ਨੇ। ਲੋਕ ਕਿਰਾਏ ਤੇ ਲੈ ਕੇ ਰਹਿ ਰਹੇ ਨੇ। ਆਪਣਾ ਪੰਡਿਤ ਉਹਨਾਂ ਨੇ ਪਹਿਲੋਂ ਬੁੱਕ ਕੀਤਾ ਹੁੰਦਾ ਹੈ, ਮੇਰੇ ਮਰਨ ਤੋਂ ਬਾਅਦ ਕਿਰਿਆ ਤੂੰ ਕਰਨੀ ਹੈ। ਲੱਕੜਾਂ ਦੇ ਪੈਸੇ, ਬਾਲਣ ਦੇ ਪੈਸੇ ਪਹਿਲੋਂ ਦਿੱਤੇ ਹੁੰਦੇ ਆ। ਤੁਸੀਂ ਕਿਤੇ ਵੇਖੋ, ਸਮਾਂ ਮਿਲੇ ਨਾ ਕਿਤੇ ਦੇਖਿਓ। ਉਹ ਮਰ ਜਾਂਦੇ ਨੇ ਅੰਦਰ, ਪਤਾ ਨਹੀਂ ਲੱਗਦਾ। 2-2 4-4 ਦਿਨ ਜਦੋਂ ਬੋ ਆਉਂਦੀ ਅੰਦਰੋਂ ਕੱਢ ਕੇ ਉਹਨੂੰ ਪਾ ਕੇ ਨਾ ਫੱਟੇ ਦੇ ਉੱਤੇ ਬੰਨ੍ਹ ਦਿੰਦੇ। ਉੱਤੇ ਇਸ਼ਨਾਨ ਨਹੀਂ ਕਰਾਉਂਦੇ, ਉਵੇਂ ਲਿਜਾ ਕੇ ਗੰਗਾ ਵਿੱਚ ਫੱਟੇ ਸਮੇਤ ਹੀ ਡੋਬ ਕੇ ਬਾਹਰ ਕੱਢ ਲੈਂਦੇ ਨੇ। ਵੇਖਿਓ ਕਿਤੇ ਕੀ ਬਣਿਆ ਹੁੰਦਾ।
ਤੇ ਲੋਕ ਇਸੇ ਭਰਮ ਵਿੱਚ ਨੇ ਕਿ ਕਾਸ਼ੀ ਮਰਾਂਗੇ ਤੇ ਸਵਰਗਾਂ ਵੱਲ ਜਾਵਾਂਗੇ, ਸ਼ਿਵ ਲੋਕ ਵੱਲ ਜਾਵਾਂਗੇ, ਇੰਦਰਪੁਰੀ ਵੱਲ ਜਾਵਾਂਗੇ। ਕਬੀਰ ਸਾਹਿਬ ਨੇ ਇਸ ਭਰਮ ਨੂੰ ਤੋੜਿਆ। ਉਹ ਕਹਿੰਦੇ ਜੇ ਤੂੰ ਬੰਦਗੀ ਕਰ ਰਿਹਾ, ਜੇ ਪ੍ਰਮਾਤਮਾ ਦਾ ਨਾਮ ਤੂੰ ਜਪ ਰਿਹਾ ਹੈ, ਜੇ ਤੇਰੇ ਕੋਲ ਪ੍ਰਮਾਤਮਾ ਦੀ ਉਸਤਤ ਹੈ, ਵਡਿਆਈ ਹੈ, ਤੇ ਫਿਰ ਇੱਕ ਗੱਲ ਸਮਝ ਲੈ, ਫਿਰ ਤੂੰ ਭਾਵੇਂ ਕਾਸ਼ੀ ਮਰ, ਭਾਵੇਂ ਮਗਹਰ ਬਾਰੇ ਪ੍ਰਚਲਿਤ ਕੀਤਾ ਗਿਆ ਸੀ, ਉੱਥੇ ਮਰਨ ਵਾਲੇ ਨੂੰ ਗਧੇ ਦੀ ਜੂਣ ਮਿਲਦੀ ਹੈ। ਤੇ ਵੇਖੋ ਕਬੀਰ ਸਾਹਿਬ ਨੇ ਕਿੱਡਾ ਵੱਡਾ ਭਰਮ ਤੋੜਿਆ। ਮੌਤ ਦਾ ਸਮਾਂ ਆਇਆ, ਲੋਕ ਕਾਸ਼ੀ ਵੱਲ ਦੌੜਦੇ ਨੇ ਕਿ ਕਾਸ਼ੀ ਜਾ ਕੇ ਸਾਨੂੰ ਮੌਤ ਆਏ, ਤੇ ਕਬੀਰ ਸਾਹਿਬ ਮਗਹਰ ਵੱਲ ਚਲੇ ਗਏ, ਇਹ ਸਮਝਾਉਣ ਵਾਸਤੇ ਕਿ ਜੇ ਬੰਦਗੀ ਤੇਰੇ ਕੋਲ ਹੈ ਨਾ, ਤੇ ਫਿਰ ਜਗ੍ਹਾ ਕੋਈ ਮਾੜੀ ਨਹੀਂ, ਕੋਈ ਵੀ ਨਹੀਂ। ਭਰਮ ਅੰਦਰੋਂ ਬਾਹਰ ਕੱਢਿਆ। ਹਾਂ, ਕਰਵਤ ਦੀ ਗੱਲ ਮੈਂ ਕਰ ਰਿਹਾ ਸੀ। ਇਹਨਾਂ ਲੋਕਾਂ ਨੇ ਉੱਥੇ ਕਰਵਤ ਲਾ ਲਿਆ, ਇੱਕ ਆਰਾ ਲਾ ਲਿਆ। ਲੋਕ ਜਾ ਰਹੇ ਨੇ, ਆਪਣਾ ਸਭ ਕੁਝ ਬਾਹਮਣ ਨੂੰ, ਪੰਡਿਤ ਨੂੰ ਦਾਨ ਕਰਨਾ, ਉਹਨੇ ਸਾਰਾ ਕੁਝ ਦਾਨ ਵਿੱਚ ਲੈ ਲੈਣਾ, ਤੇ ਹੋਣਾ ਕੀ, ਕਰਵਤ ਉਸ ਆਰੇ ਦੇ ਥੱਲੇ ਆਪਣਾ ਸਿਰ ਰੱਖ ਕੇ ਕਟਾ ਲੈਣਾ। ਬ੍ਰਾਹਮਣ ਸਭ ਕੁਝ ਲੈ ਕੇ ਅਮੀਰ ਬਣ ਗਿਆ, ਤੇ ਇਹ ਵਿਚਾਰੇ ਮੌਤ ਲੈ ਕੇ ਤੇ ਪਤਾ ਹੀ ਨਹੀਂ ਕੀ ਬਣਿਆ। ਇਹ ਹਾਲਾਤ ਇਸ ਦੇਸ਼ ਦੇ ਰਹੇ ਨੇ, ਇਹ ਹਾਲਾਤ ਅੱਜ ਵੀ ਨੇ। ਉਸੇ ਕਾਸ਼ੀ ਜੀ ਦਾ ਨਾਮ, ਬਨਾਰਸ ਦਾ ਨਾਮ ਲਿਆ ਗਿਆ, ਉਹਦਾ ਹੀ ਕਹਿ ਰਹੇ ਹਾਂ, ਬਨਾਰਸ ਕਾਸ਼ੀ। ਦੇਖੋ ਕੀ ਮਤਲਬ, ਕਿਸ ਹੱਦ ਤੱਕ ਧਰਮ ਜਿਹੜਾ ਉਹ ਗਿਰ ਜਾਂਦਾ ਹੈ, ਕਿਸ ਹੱਦ ਤੱਕ ਧਰਮ ਪਹੁੰਚਦਾ। ਖੈਰ, ਹੁਣ ਕਬੀਰ ਸਾਹਿਬ ਉਸੇ ਧਰਤੀ ਤੇ ਰਹਿਣ ਵਾਲੇ, ਤੇ ਕਬੀਰ ਸਾਹਿਬ ਦੇ ਬਚਨ ਪੜ੍ਹਿਓ ਕਿਤੇ, ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ। ਜਿਸ ਮੌਤ ਤੋਂ ਜੱਗ ਡਰਦਾ ਹੈ ਨਾ, ਮੇਰੇ ਉਸ ਮੌਤ ਦਾ ਨਾਮ ਸੁਣ ਕੇ ਮੇਰੇ ਮਨ ਵਿੱਚ ਕਹਿੰਦੇ ਆਨੰਦ ਆ ਜਾਂਦਾ ਹੈ, ਉਸੇ ਮੌਤ ਦਾ ਨਾਮ ਸੁਣ ਕੇ। ਕਿਉਂ? ਕਿਉਂਕਿ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਉਹ ਪੂਰਨ ਪਰਮ ਆਨੰਦ, ਪਰਮਾਨੰਦ, ਪਰਮ ਆਨੰਦ। ਪਰਮਾਨੰਦ ਦਾ ਭਾਵ ਹੈ ਪਰਮਾਤਮਾ ਦਾ ਨਾਂ ਹੈ। ਪਰਮ ਆਨੰਦ, ਸਭ ਤੋਂ ਵੱਡਾ ਸ੍ਰੇਸ਼ਟ ਆਨੰਦ ਜਿਹੜਾ ਹੈ, ਉਹ ਤੇ ਕਹਿੰਦੇ ਮਰਨਾ ਹੀ ਤੇ ਪਾਈ ਹੈ। ਕਹਿੰਦੇ ਕਬੀਰ ਸਾਹਿਬ ਦਾ ਹੀ ਮੈਂ ਸ਼ਬਦ ਦੇਖੋ, ਕਿੰਨੀ ਕਮਾਲ ਕਰ ਦਿੱਤੀ ਕਬੀਰ ਸਾਹਿਬ ਨੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾ। ਕੋਈ ਰਾਮ ਕਹਿ ਰਿਹਾ ਹੈ, ਕੋਈ ਖੁਦਾ ਕਹਿ ਰਿਹਾ ਹੈ, ਕੋਈ ਗੁਸਾਈ ਕਹਿ ਰਿਹਾ ਹੈ, ਕੋਈ ਅੱਲਾ ਕਹਿ ਰਿਹਾ ਹੈ। ਉਹਨੇ ਹੈ ਇੱਕ ਹੀ ਹੈ, ਨਾਮ ਉਹਦੇ ਵੱਖੋ ਵੱਖ ਰੱਖ ਦਿੱਤੇ, ਫਰਕ ਤੇ ਕੋਈ ਨਹੀਂ ਹੈ। ਰਾਮ ਕਬੀਰ ਹੈ, ਭੇਦ ਨਾ ਭਾਈ। ਐਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਹੀਂ ਲਿਖ ਦਿੱਤਾ ਕਿ ਰਾਮ ਤੇ ਕਬੀਰ ਦੇ ਅੰਦਰ ਕੋਈ ਭੇਦ ਨਹੀਂ, ਰਾਮ ਤੇ ਕਬੀਰ ਦੇ ਅੰਦਰ ਕੋਈ ਫਰਕ ਨਹੀਂ, ਰਾਮ ਤੇ ਕਬੀਰ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ। ਜੋ ਰਾਮ ਹੈ, ਜੋ ਵਾਹਿਗੁਰੂ ਹੈ, ਉਹ ਕਬੀਰ ਬਣ ਗਿਆ, ਕਬੀਰ ਵਾਹਿਗੁਰੂ ਦਾ ਰੂਪ ਬਣ ਗਿਆ, ਕੋਈ ਫਰਕ ਨਹੀਂ ਦੋਨਾਂ ਦੇ ਵਿੱਚ ਰਹਿ ਗਿਆ। ਰਾਮਾਨੰਦ ਨਾਲ ਤਾਂ ਜ਼ਿਕਰ ਆਇਆ। ਹਾਂ, ਮੈਂ ਮੈਨੂੰ ਪੰਕਤੀ ਹੋਰ ਯਾਦ ਆਈ, ਗੁਰੂ ਅਰਜੁਨ ਦੇਵ ਜੀ ਦੀ, 5ਵੇਂ ਪਾਤਸ਼ਾਹ ਜੀ ਦੀ ਇਹ ਪੰਕਤੀ ਹੈ। ਉਹਨਾਂ ਭਗਤ ਕਬੀਰ ਸਾਹਿਬ ਦਾ ਜ਼ਿਕਰ ਕੀਤਾ ਹੈ, ਦੱਸਿਆ ਭਗਤ ਕਬੀਰ ਸਾਹਿਬ ਦੇ ਬਾਰੇ। ਸ਼ਬਦ ਮੈਂ ਅੱਗੇ ਵੀ ਇੱਕ ਦਿਨ ਤੁਹਾਡੇ ਨਾਲ ਸਾਂਝਾ ਕੀਤਾ ਸੀ, ਅੱਜ ਪੰਕਤੀਆਂ ਇਹੀ ਲਵਾਂਗੇ। ਆਖਿਆ ਬੁਨਨਾ ਤੰਦਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਪਰਮਾਤਮਾ ਦੇ ਚਰਨਾਂ ਨਾਲ ਇੰਨੀ ਕੁ ਪ੍ਰੀਤ ਬਣ ਗਈ, ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਗੁਣਾਂ ਦਾ ਖਜ਼ਾਨਾ ਬਣ ਗਿਆ, ਜਿਹਨੂੰ ਲੋਕ ਨੀਵੀਂ ਕੁੱਲ ਦਾ ਜੁਲਾਹਾ ਕਹਿੰਦੇ ਸੀ। ਜੁਲਾਹਾ ਕਿਹਾ ਜਾਂਦਾ ਸੀ, ਉਹ ਵੀ ਨੀਵੀਂ ਕੁੱਲ ਦਾ। ਪਰ ਭਗਤ ਕਬੀਰ ਸਾਹਿਬ ਦਾ ਜੀਵਨ ਬੜੇ ਕਮਾਲ ਦਾ ਹੈ। ਘਰ ਕੁਛ ਨਹੀਂ ਹੈ, ਕੁਝ ਵੀ ਨਹੀਂ, ਪਰ ਸਿਦਕ ਇੰਨਾ ਕੁ, ਭਰੋਸਾ ਇੰਨਾ ਕੁ, ਵਿਸ਼ਵਾਸ ਪਰਮਾਤਮਾ ਤੇ ਇੰਨਾ ਕੁ ਹੈ। ਇੱਕ ਦਿਨ ਮਾਤਾ ਲੂਈ ਜੀ ਨੇ ਆਖਿਆ ਕਿ ਘਰ ਕੁਝ ਖਾਣ ਨੂੰ ਨਹੀਂ ਹੈ, ਰਸਦਾਂ ਮੁੱਕ ਗਈਆਂ ਨੇ, ਕੋਈ ਨਾ ਕੋਈ ਆਇਆ ਗਿਆ ਵੀ ਰਹਿੰਦਾ ਹੈ ਤੁਹਾਡੇ ਕੋਲ, ਕੋਈ ਸੰਤ ਮਹਾਤਮਾ ਆਉਂਦਾ ਰਹਿੰਦਾ ਹੈ। ਤੇ ਕਬੀਰ ਸਾਹਿਬ ਇਸ ਤਰ੍ਹਾਂ ਕਰੋ, ਆ ਕੱਪੜਾ ਬੁਣਿਆ ਪਿਆ ਹੈ, ਥਾਨ ਸਿਰ ਤੇ ਰੱਖੋ, ਬਾਜ਼ਾਰ ਵਿੱਚ ਵੇਚ ਕੇ ਤੇ ਰਸਦਾਂ ਲੈ ਆਓ। ਕਬੀਰ ਸਾਹਿਬ ਨੇ ਆਖਿਆ ਠੀਕ ਹੈ ਭਲੀਏ। ਉਹ ਥਾਨ ਕੱਪੜੇ ਦਾ ਆਪਣੇ ਸਿਰ ਦੇ ਉੱਪਰ ਰੱਖ ਲਿਆ ਤੇ ਬਾਜ਼ਾਰ ਵਿੱਚ ਚੱਲ ਪਏ ਵੇਚਣ ਵਾਸਤੇ। ਜੇ ਬਾਜ਼ਾਰ ਪਹੁੰਚੇ ਹੀ ਨੇ, ਇੱਕ ਬੰਦਾ ਅੱਗੋਂ ਮਿਲ ਪਿਆ, ਕਹਿੰਦਾ ਜੀ ਤੁਸੀਂ ਕਬੀਰ ਹੋ? ਤੁਹਾਡਾ ਨਾਂ ਕਬੀਰ ਹੈ? ਕਹਿੰਦੇ ਜੀ ਹਾਂ। ਮੈਂ ਪੁੱਛਦਾ ਆ ਰਿਹਾ ਸੀ ਤੁਹਾਡੇ ਬਾਰੇ। ਕਹਿੰਦੇ ਜੀ ਦੱਸੋ। ਉਸ ਇਨਸਾਨ ਨੇ ਆਖਿਆ ਕਿ ਮੇਰੀ ਲੜਕੀ ਦੀ ਸ਼ਾਦੀ ਹੈ, ਮੇਰੀ ਲੜਕੀ ਦਾ ਵਿਆਹ ਹੈ, ਮੈਨੂੰ ਕਿਸੇ ਪਾਸੋਂ ਕੋਈ ਸਹਾਇਤਾ ਨਹੀਂ ਮਿਲੀ। ਤੇ ਮੈਨੂੰ ਹਰ ਕਿਸੇ ਨੇ ਕਿਹਾ ਵੀ ਜੇ ਤੈਨੂੰ ਕੁਝ ਚਾਹੀਦਾ ਹੈ ਤੇ ਤੂੰ ਭਗਤ ਕਬੀਰ ਸਾਹਿਬ ਕੋਲ ਚਲਾ ਜਾ, ਉਹਦੇ ਘਰੋਂ ਕਦੇ ਕੋਈ ਖਾਲੀ ਨਹੀਂ ਮੁੜਿਆ। ਤੇ ਮੈਂ ਬੜੀ ਆਸ ਲੈ ਕੇ ਤੁਹਾਡੇ ਕੋਲ ਆਇਆ। ਮੇਰੀ ਲੜਕੀ ਦੀ ਸ਼ਾਦੀ ਹੈ, ਤੁਸੀਂ ਜੋ ਵੀ ਹੋ ਸਕਦਾ ਹੈ ਮੈਨੂੰ ਦਿਓ। ਹੁਣ ਕਬੀਰ ਸਾਹਿਬ ਨੇ ਮਨ ਵਿੱਚ ਸੋਚਿਆ ਕਿ ਮੇਰੇ ਤੇ ਆਪਣੇ ਘਰ ਰਾਸ਼ਨ ਨਹੀਂ ਹੈ, ਕੋਈ ਰਸਦਾ ਨਹੀਂ, ਮੇਰੀ ਤਾਂ ਆਪ ਘਰ ਵਾਲੀ ਨੇ ਕੱਪੜੇ ਦਾ ਥਾਨ ਮੇਰੇ ਸਿਰ ਤੇ ਰੱਖਿਆ ਵੀ ਵੇਚ ਕੇ ਤੇ ਰਸਦਾਂ ਲੈ ਕੇ ਆ, ਤੇ ਇਹਨੂੰ ਕੀ ਦਵਾਂਗਾ।
ਪਰ ਜਦੋਂ ਉਹਦੇ ਵੱਲ ਵੇਖਿਆ ਨਾ, ਬੜੀ ਆਸ ਲੈ ਕੇ ਆਇਆ, ਬੜੀ ਉਮੀਦ ਨਾਲ ਆਇਆ। ਤੇ ਵੇਖੋ, ਭਗਤ ਕਬੀਰ ਸਾਹਿਬ ਨੇ ਆਪਣੇ ਸਿਰ ਤੇ ਰੱਖਿਆ ਕੱਪੜੇ ਦਾ ਥਾਨ ਉਤਾਰਿਆ, ਤੇ ਉਤਾਰ ਕੇ ਉਸ ਇਨਸਾਨ ਦੇ ਸਿਰ ਦੇ ਉੱਪਰ ਰੱਖ ਦਿੱਤਾ। ਕਹਿੰਦੇ ਜਾ ਭਲਿਆ, ਆ ਵੇਚ ਲੈ ਬਾਜ਼ਾਰ ਵਿੱਚ, ਜਿੰਨੇ ਦਾ ਵਿਕਦਾ ਏ, ਵੇਚ ਕੇ ਜੋ ਮਿਲਦਾ ਇਹਦੇ ਲਈ ਲੈ ਕੇ ਚਲਾ ਜਾ। ਤੇ ਆਪ ਉਸੇ ਤਰ੍ਹਾਂ ਹੀ ਖਾਲੀ ਘਰ ਆ ਗਏ। ਪੁੱਛਿਆ ਸੀ ਮਾਤਾ ਲੋਈ ਜੀ ਨੇ, ਦੱਸਿਆ ਕੁਝ ਹੋਇਆ, ਤੇ ਹੱਥ ਜੋੜ ਕੇ ਉਹਨਾਂ ਨੇ ਵੀ ਸ਼ੁਕਰ ਕੀਤਾ ਸੀ ਪ੍ਰਮਾਤਮਾ ਦਾ। ਅੱਜ ਤਰ੍ਹਾਂ ਨਹੀਂ ਆਖਣਾ ਸੀ ਤੂੰ ਨਿਕਲ ਜਾ ਬਾਹਰ ਘਰੋਂ, ਤੂੰ ਤਾਂ ਲੁਟਾ ਕੇ ਆ ਜਾਣਾ ਸਾਰਾ ਕੁਝ। ਸਿੱਧਕੀ ਔਰਤ ਸਨ, ਸਿੱਧਕੀ ਮਾਤਾ ਲੋਈ ਜੀ ਵੀ। ਸ਼ੁਕਰ ਕੀਤਾ ਸੀ ਵੀ ਅਸੀਂ ਕਿਸੇ ਦੇ ਕੰਮ ਆਏ ਹਾਂ, ਸਾਡਾ ਬਣਾਇਆ ਕੱਪੜੇ ਦਾ ਥਾਨ ਕਿਸੇ ਦੇ ਕੰਮ ਆ ਗਿਆ। ਵੇਖੋ, ਇਹ ਬੜਾ ਕਮਾਲ ਦਾ ਜੀਵਨ ਹੈ, ਬਹੁਤ ਕਮਾਲ ਦਾ ਜੀਵਨ ਹੈ ਭਾਈ ਵਾਹਿਗੁਰੂ ਭਗਤ ਕਬੀਰ ਸਾਹਿਬ ਜੀ ਦਾ। ਬੇਅੰਤ ਬਾਣੀ, ਅਸੀਂ ਕਬੀਰ ਸਾਹਿਬ ਦੇ ਸ਼ਲੋਕ ਵੀ ਜਿਹੜੇ ਉਹ ਪੜ੍ਹਦੇ ਹਾਂ ਭੋਗ ਤੋਂ ਪਹਿਲਾਂ ਅੰਮ੍ਰਿਤ ਵੇਲੇ, ਬੜਾ ਆਨੰਦ ਆਉਂਦਾ ਉਹਨਾਂ ਸ਼ਲੋਕਾਂ ਨੂੰ ਵੀ ਪੜ੍ਹ ਕੇ। ਭਗਤ ਕਬੀਰ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ, ਬਾਣੀ ਨੂੰ ਵਿਚਾਰ ਕੇ ਸੱਚਮੁੱਚ ਬੜਾ ਆਨੰਦ ਹੈ। ਸੋ ਸਤਿਗੁਰੂ ਰਹਿਮਤ ਕਰਨ। ਇਸ ਅੱਜ ਦੀ ਪੌੜੀ ਦੇ ਅੰਦਰ ਭਗਤ ਕਬੀਰ ਸਾਹਿਬ ਤੇ ਉਹਨਾਂ ਦੇ ਗੁਰੂ ਭਗਤ ਰਾਮਾਨੰਦ ਜੀ, ਮੈਂ ਤਾਂ ਬੇਨਤੀ ਕਰ ਚੱਲਿਆ ਕਿ ਭਗਤ ਰਾਮਾਨੰਦ ਜੀ ਦਾ ਵੀ ਇੱਕ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਉਹ ਸ਼ਬਦ ਜਿਹੜਾ ਬਸੰਤ ਰਾਗ ਵਿੱਚ ਹੈ, ਸਤਿਗੁਰੂ ਮੈਂ ਬਲਿਹਾਰੀ ਤੋਰ। ਤੇ ਭਗਤ ਕਬੀਰ ਸਾਹਿਬ ਦੀ ਤੇ ਬੇਅੰਤ ਬਾਣੀ ਹੈ। ਇੱਕ ਦਿਨ ਅੱਗੇ ਵਿਚਾਰ ਹੋ ਚੁੱਕੀ ਹੈ ਵੀ ਕਿਹੜੀ ਕਿਹੜੀ ਬਾਣੀ, ਕਿਹੜੇ ਕਿਹੜੇ ਸ਼ਬਦ ਨੇ ਭਗਤ ਕਬੀਰ ਸਾਹਿਬ ਜੀ ਦੇ। ਸੋ ਅੱਜ ਇਹਦੀਆਂ ਕੋਈ ਬੇਨਤੀਆਂ ਆਪ ਜੀ ਨੇ ਹੈ ਜੋ ਸਾਨੂੰ ਪ੍ਰਵਾਨ ਕਰ ਲੈਣੀਆਂ। ਉਹਨਾਂ ਕਿਉਂਕਿ ਸਮੇਂ ਦੀ ਸਮਾਪਤੀ ਹੈ, ਤੇ ਜੇ ਆਪ ਜੀ ਦਾ ਕੋਈ ਸਵਾਲ ਹੈ ਕਿਸੇ ਪ੍ਰਥਾਏ ਜਾਂ ਅੱਜ ਦੀ ਇਸ ਪੌੜੀ ਦੇ ਪ੍ਰਥਾਏ, ਤੇ ਆਪ ਜੀ ਦੇ ਮਾਈਕ ਜਿਹੜੇ ਨੇ ਉਹ ਅਨਮਿਊਟ ਕਰ ਦਿੱਤੇ ਗਏ ਨੇ। ਆਪ ਜੀ ਆਪਣਾ ਮਾਈਕ ਔਨ ਕਰਕੇ ਤੇ ਕੋਈ ਵੀ ਸਵਾਲ ਹੈ ਆਪ ਜੀ ਦਾ, ਉਹ ਆਪ ਜੀ ਪੁੱਛ ਸਕਦੇ ਹੋ। ਹਾਂਜੀ, ਵਾਹਿਗੁਰੂ ਜੀ। ਠੀਕ ਹੈ, ਵਾਹਿਗੁਰੂ ਜੀ, ਵਾਹਿਗੁਰੂ। ਠੀਕ ਹੈ ਜੀ, ਫਿਰ ਸਤਿਗੁਰੂ ਰਹਿਮਤ ਕਰਨ। ਸ਼ਾਮ ਦੀ ਜਿਹੜੀ ਕਲਾਸ ਹੈ ਉਹ ਉਸੇ ਤਰ੍ਹਾਂ ਹੀ ਸੁਖਮਨੀ ਸਾਹਿਬ ਬਾਣੀ ਦੀ ਸੰਥਿਆ ਜੋ ਹੈ ਉਹ ਅਰਥਾਂ ਸਮੇਤ ਉਹ ਕਰਾਈ ਜਾਏਗੀ। ਆਪ ਜੀ ਨੇ ਵੱਧ ਚੜ੍ਹ ਕੇ ਜੋ ਹੈ ਉਸ ਕਲਾਸ ਵਿੱਚ ਵੀ ਜੁੜਨ ਦੀ ਕਿਰਪਾਲਤਾ ਕਰਨੀ। ਸਵਾਜੇ ਦੀਆਂ ਬੇਨਤੀਆਂ ਪ੍ਰਵਾਨ, ਬੇਅੰਤ ਭੁੱਲਾਂ ਦੀ ਖਿਮਾ। ਅਖੀਰ ਤੇ ਫਿਰ ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਜੀ ਕੀ ਫਤਿਹ।